This is the ICS network and you watching Indian culture show Sur Sangeet. This is the ICS network and you watching Indian culture show Sur Sangeet. Mr. Lamba, you are so welcome in New York and today I want to take advantage of this opportunity that you be here all the way from India to New York and your magazine Sant Sipahi. I'm thankful and grateful to you for giving me an opportunity to be with you. It's really a great occasion that I am able to have contacts through your media with the people here. The magazine, as you know, as people know it, it's the oldest Punjabi magazine from Punjab in Punjabi, started in 1945 by Master Tara Singh, and he had started this and he had edited it. Thereafter, great Professor Manjeet Singh, his son Manjeet Singh, his PA, he was editing it. Later on, Dr. Rajinder Kaur, and then Wing Commander Kamaljeet Singh, and then Bibi Kiranjot Kaur, the Secretary General, they had also edited it. I am fortunate that I am now editing this magazine. So this is the socio-panthak religious magazine which is being brought out regularly, and this is coming here also. People are well aware and they know this magazine. So I am editing this magazine. So this is the brief introduction of that. Lamba ji, जिस तरह कि तुसी हुन न्यूयॉर्क विच आए हो जी और इस दरम्यान तुसी सिख कम्युनिटी दे डिफरेंट जो साडे इत्थे दे नुमाइंदे ने उन्हां नूं भी सारिਆਂ ਨੂੰ मिले हो जी और बहुत ही ਅਸੀਂ ਕਹਾਂਗੇ ਕਿ ਸਾਡੀ ਇੱਕ अपॉर्चुनिटी और बड़ा ही ਵੱਡਾ ਸਾਡੇ ਲਈ ਇਹ ਸਮਾਂ ਹੈ ਕਿ ਅਸੀਂ ਇਸ ਸਾਲ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਉਹ ਦਿਨ ਮਨਾ ਰਹੇ ਹਾਂ ਜੀ ਕਿ ਜਦੋਂ ਇਹ ਗੁਰੂ ਹਰਮੰਦਰ ਸਾਹਿਬ ਦੇ ਵਿੱਚ ਇਹਨਾਂ ਦੀ ਇੰਸਟਾਲੇਸ਼ਨ ਹੋਈ ਸੀਗੀ ਜੀ ਤਾਂ ਪੰਜਾਬ ਤੋਂ ਤੁਸੀਂ ਆਏ ਹੋ ਇੰਡੀਆ ਤੋਂ ਉੱਥੇ ਔਰ ਇੱਥੇ ਦੇ ਵਿੱਚ ਇਹਦੀਆਂ ਕੀ ਤਿਆਰੀਆਂ ਹੋ ਰਹੀਆਂ ਨੇ ਜੋ ਤੁਸੀਂ ਵੇਖਿਆ ਨੇ ਇੱਕ ਪੱਤਰਕਾਰ ਦੀ ਨਜ਼ਰ ਦੇ ਨਾਲ ਅਰਜ਼ਾ ਜੀ ਪਹਿਲੀ ਗੱਲ ਤੇ ਬੜਾ ਅੱਛਾ ਹੈ ਕਿ ਮੌਕਾ ਬਾਹਰ ਵੀ ਜਿਹੜੀ ਇਸ ਗੱਲ ਬਾਰੇ ਚੇਤਨਤਾ ਹੈ ਔਰ ਇੱਕ ਬੜੀ ਵੱਡੀ ਚੀਜ਼ ਹੈ ਕਿ ਜਿੱਥੇ ਵੀ ਗੁਰੂ ਘਰ ਹੈ, ਜਿੱਥੇ ਵੀ ਗੁਰੂਦੁਆਰਾ ਹੈ, ਜਿੱਥੇ ਵੀ ਕੋਈ ਸਿੱਖ ਵਸਦਾ ਹੈ, ਸਿੱਖ ਪਹੁੰਚਦਾ ਹੈ, ਨਾਲ ਹੀ ਉਸਦੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਉਹ ਉੱਥੇ ਆਪਣੇ ਸਾਰੋਕਾਰ ਵਿਹਾਰ ਔਰ ਸਾਰਾ ਕੁਝ ਕਰਦਾ ਹੈ। ਹਰ ਗੁਰਦੁਆਰੇ ਦੇ ਵਿੱਚ ਸੰਸਾਰ ਭਰ ਦੇ ਵਿੱਚ ਗੁਰੂ ਉਸ ਦੇ ਅੰਗ ਸੰਗ ਹੈ, ਗੁਰੂ ਉਸ ਦੇ ਨਾਲ ਹੈ। ਗੁਰੂ ਗ੍ਰੰਥ ਸਾਹਿਬ ਨੂੰ ਹਰਮੰਦਰ ਸਾਹਿਬ ਵਿੱਚ ਸਥਾਪਿਤ ਕਰਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਕਦੁੱਤੀ ਕਾਰਨਾਮਾ ਸੀ। ਇਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਜਿਹੜੇ ਕਾਰਜ ਲਈ ਉਹਨਾਂ ਨੂੰ ਭੇਜਿਆ ਗਿਆ ਸੀ ਉਹ ਕਾਰਜ ਸੰਪੂਰਨ ਹੋਇਆ ਜਦੋਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਥਾਪਨਾ ਕੀਤੀ। ਮੰਜੀ ਸਾਹਿਬ ਦੇ ਉੱਤੇ ਜਦੋਂ ਹਰਮੰਦਰ ਸਾਹਿਬ ਸੁਸ਼ੋਭਿਤ ਹੋ ਗਏ, ਇਸ ਮਹਾਨ ਗ੍ਰੰਥ ਲਈ ਜਿਹੜਾ ਕਿ ਰੱਬ ਦਾ ਸਰਗੁਣ ਸਰੂਪ ਹੈ ਉਸ ਦੇ ਲਈ ਫਿਰ ਉਤਨੀ ਹੀ ਆਲੀਸ਼ਾਨ ਇਮਾਰਤ, ਉਤਨੀ ਹੀ ਵੱਡੀ ਇਮਾਰਤ, ਉਸੇ ਤਰ੍ਹਾਂ ਦੀ ਚੀਜ਼ ਢੁਕਵੀਂ ਜਿਹੜੀ ਸੀ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਗਈ। ਇਹ ਠੀਕ ਹੈ ਸ਼ਤਾਬਦੀ ਆ ਗਈ, ਪਰ ਨਾਲ ਹੀ ਇਹ ਕਹਿਣ ਵਿੱਚ ਵੀ ਕੋਈ ਗੁਰੇਜ਼ ਨਹੀਂ ਹੋਏਗਾ। ਅਸੀਂ ਕਈ ਸ਼ਤਾਬਦੀਆਂ ਪਹਿਲਾਂ ਵੀ ਦੇਖ ਚੁੱਕੇ ਹਾਂ। ਸਭ ਤੋਂ ਸ਼ਤਾਬਦੀ ਮਨਾਉਣ ਦਾ ਰਿਵਾਜ ਇੰਸਪੈਕਸ਼ਨ ਕਰਨ ਵਿੱਚ ਕੋਈ ਗੁਰੇਜ਼ ਨਹੀਂ ਹੋਏਗਾ। ਜੇ ਅੱਜ ਅਸੀਂ ਇਹ ਬੈਲੈਂਸ ਸ਼ੀਟ ਕੱਢੀਏ ਤਾਂ ਅਸੀਂ ਇਹਨਾਂ ਸ਼ਤਾਬਦੀਆਂ ਤੋਂ ਕੁਝ ਹਾਸਲ ਨਹੀਂ ਕਰ ਸਕੇ। ਇਹ ਸਾਡੀ ਬਦਕਿਸਮਤੀ ਕਹੀ ਜਾਏਗੀ ਕਿ ਇਤਨੇ ਮਹਾਨ ਸਮੇਂ ਇਤਨਾ ਕੁਝ ਸਾਡੇ ਕੋਲ ਆਇਆ ਔਰ ਜਿਹੜੇ ਇਤਨੇ ਵੱਡੇ ਵੱਡੇ ਨਾਰੇ, ਇਤਨੇ ਵੱਡੇ ਵੱਡੇ ਅਸੀਂ ਐਲਾਨ ਕੀਤੇ ਕਿ ਇਸ ਸ਼ਤਾਬਦੀ ਦੇ ਉੱਤੇ ਇਹ ਹੋ ਜਾਏਗਾ ਜਾਂ ਅਸੀਂ ਫਲਾਣਾ ਕਰ ਲਵਾਂਗੇ। ਹੁਣ ਅਸਲੀਅਤ ਇਹ ਹੈ ਕਿ ਠੀਕ ਹੈ ਉਸ ਦਿਨ ਦੀਵਾਨ ਹੋਣਗੇ, ਗੁਰੂ ਗ੍ਰੰਥ ਸਾਹਿਬ ਬਾਰੇ ਲੈਕਚਰ ਹੋਣਗੇ, ਕਥਾ ਹੋਣਗੀਆਂ, ਪਰ ਕੀ
ਗੁਰੂ ਗ੍ਰੰਥ ਸਾਹਿਬ ਨੂੰ ਸਹੀ ਮਾਇਨੇ ਦੇ ਵਿੱਚ ਸਾਰੀ ਕੌਮ ਉਸ ਨੂੰ ਗੁਰੂ ਮੰਨ ਲਏਗੀ, ਕੀ ਉਸ ਤੋਂ ਬਾਅਦ ਕਿਸੇ ਦੇਹਧਾਰੀ ਨੂੰ ਮੱਥਾ ਨਹੀਂ ਟੇਕਿਆ ਜਾਏਗਾ, ਕੀ ਉਸ ਤੋਂ ਬਾਅਦ ਕਿਸੇ ਮੜੀਆਂ ਮਸਾਣਾਂ ਦੇ ਉੱਤੇ ਸਿਰ ਨਹੀਂ ਝੁਕੇਗਾ? ਜੇ ਤਾਂ ਇਹ ਗੱਲ ਹੋ ਜਾਏ ਫਿਰ ਤਾਂ ਇਹ ਸ਼ਤਾਬਦੀ ਮਨਾਈ ਵੀ ਮੁਬਾਰਕ ਹੈ, ਨਹੀਂ ਤਾਂ ਫਿਰ ਇਹ ਵੀ ਉਸੇ ਤਰ੍ਹਾਂ ਦੀ ਸ਼ਤਾਬਦੀ ਲੰਘ ਜਾਣੀ ਹੈ ਔਰ ਇਸ ਦਾ ਕਿਤਨਾ ਕੁ ਲਾਭ ਅਸੀਂ ਲੈ ਸਕਾਂਗੇ ਇਹ ਅਫਸੋਸ ਸਾਡੇ ਮਨ ਵਿੱਚ ਜ਼ਰੂਰ ਰਹਿ ਜਾਏਗਾ। I want to know, and I want to we have to tell Yes. to our viewers, because always now, especially in America जी and overseas, anywhere like UK, जी Canada, America, we have to try to recognize ourselves like we जी are the same. जी जी I want, first of all, you tell to our viewers जी what is the philosophy behind the Sikhism, especially when the 10th Guru Gobind Singh, जी. he say Guru Manyo Granth, जी and before is the 10 Master जी Guru. जी So what is the story behind of this? That's a good question. That is what we ought to know and we should know, and rather I suppose everyone knows. The only thing is that if we do not want to live by that, that's a different thing. But the answer is well known to everybody that what is the philosophy. Basically, ਜੇ ਅਗਰ ਤੁਸੀਂ ਇਜਾਜ਼ਤ ਦਿਓ ਉਹਨੂੰ ਥੋੜੇ ਲਫ਼ਜ਼ਾਂ 'ਚ ਅਗਰ ਸਮਝਣ ਦੀ ਕੋਸ਼ਿਸ਼ ਕਰੀਏ, ਦੋ ਕਿਸਮ ਦੇ ਧਰਮ ਸੰਸਾਰ ਦੇ ਵਿੱਚ ਸਨ, ਕਿਤਾਬੀਆ ਤੇ ਨਾਨ ਕਿਤਾਬੀਆ, ਸੈਮਿਟਿਕ ਤੇ ਨਾਨ ਸੈਮਿਟਿਕ। ਦੋਨਾਂ ਦੇ 'ਚ ਮੁੱਢਲੀ ਫਿਲਾਸਫੀ ਇਹ ਫਰਕ ਸੀ, ਫਲਸਫੇ ਦੇ ਤੌਰ ਤੇ, ਫਲਸਫੇ ਦੀ ਪੱਧਰ ਦੇ ਉੱਤੇ ਅਗਰ ਕੋਈ ਫਰਕ ਸੀ ਤਾਂ ਇੱਕ ਤਾਂ ਉਹ ਸਨ ਜਿਹੜੇ ਸਮਝਦੇ ਸਨ ਕਿ ਖੁਦਾ ਇੱਕ ਹੈ, ਰੱਬ ਇੱਕ ਹੈ, ਮਗਰ ਉਸ ਰੱਬ ਤੱਕ ਪਹੁੰਚਣ ਲਈ ਕਿਸੇ ਵਿਸ਼ੇਸ਼ ਪ੍ਰੋਫਿਟ ਦੇ ਰਾਹੀਂ, ਕਿਸੇ ਪੈਗੰਬਰ ਦੇ ਰਾਹੀਂ ਉਸ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਉਹਨਾਂ ਦਾ ਫਿਲਾਸਫੀ ਸੀ। ਗੁਰੂ ਨਾਨਕ ਦੇਵ ਜੀ ਵੀ ਜਿਸ ਵੇਲੇ ਬਗਦਾਦ ਗਏ, ਇਹਨਾਂ ਨੂੰ ਵੀ ਉਸ ਵੇਲੇ ਇਹੀ ਕਿਹਾ ਗਿਆ, ਅਵਲ ਨਾਮ, ਪਹਿਲਾ ਨਾਮ ਖੁਦਾਏ ਕਾ, ਦੂਜਾ ਹੁਕਮ ਰਸੂਲ, ਤੀਜਾ ਕਲਮਾ ਪੜ੍ਹ ਲੈ ਨਾਨਕਾ, ਜੇ ਦਰਗੇ ਹੋਣਾ ਕਬੂਲ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਏਕੋ ਸਿਮਰੋ ਨਾਨਕਾ, ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਤਾਂ ਉਹਨਾਂ ਨੇ ਇੱਕ ਗੱਲ ਕਹੀ, ਨਹੀਂ ਰੱਬ ਸਾਰੇ ਕੰਮ ਕਰ ਸਕਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਕਿਹਾ ਸੀ ਕਿ ਨਹੀਂ, ਮੈਂ ਇਹ ਗੱਲ ਨਹੀਂ ਮੰਨਦਾ ਕਿ ਰੱਬ ਸਾਰੇ ਕੰਮ ਕਰ ਸਕਦਾ। ਇਹ ਇੱਕ ਬੜਾ ਵੱਡਾ ਫਿਲਾਸਫੀਕਲ ਤੌਰ ਤੇ ਅਟੈਕ ਸੀ ਕਿ ਇਹ ਕਹਿ ਦੇਣਾ, ਜਿਹੜੇ ਕਹਿ ਰਹੇ ਹਨ ਰੱਬ ਸਾਰੇ ਕੰਮ ਕਰ ਸਕਦਾ ਹੈ, ਉਹ ਇਹ ਕਹਿਣਾ ਕਿ ਰੱਬ ਸਾਰੇ ਕੰਮ ਨਹੀਂ ਕਰ ਸਕਦਾ। ਤਾਂ ਉਹਨਾਂ ਨੇ ਪੁੱਛਿਆ, ਆ ਕੁਦਾਮ ਸੇ ਅਸਤ ਕੇ ਖੁਦ ਖੁਦਾਏ, ਖੁਦਾਏ ਖਲੇ ਪੈਦਾ ਨਮੇ ਸ਼ਬਦ, ਆ ਕੁਦਾਮ ਸੇ ਖੁਦ ਖੁਦਾਏ ਖਲੇ ਪੈਦਾ ਨਮੇ ਸ਼ਬਦ। ਉਹ ਕਿਹੜੀ ਚੀਜ਼ ਹੈ ਜਿਹੜੀ ਰੱਬ ਚਾਹੇ ਤੇ ਪੈਦਾ ਨਹੀਂ ਕਰ ਸਕਦਾ? ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਆ ਕੁਦਾਮ ਸੇ ਅਸਤ ਕੇ ਖੁਦ ਖੁਦਾਏ, ਖੁਦਾਏ ਦੀਗਰ ਪੈਦਾ ਨਮੇ ਸ਼ਬਦ। ਜੇ ਰੱਬ ਚਾਹੇ ਮੈਂ ਇੱਕ ਰੱਬ ਹੋਰ ਪੈਦਾ ਕਰ ਲਵਾਂ ਤਾਂ ਇਹ ਉਹ ਰੱਬ ਵੀ ਨਹੀਂ ਕਰ ਸਕਦਾ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਗੁਰੂ ਸਾਹਿਬ ਨੇ ਰੱਬ ਦੇ ਬੜੇ ਗੁਣ ਦੱਸੇ ਹਨ, ਪਰ ਇੱਕ ਗੁਣ ਜਿਹੜਾ ਉਹਨਾਂ ਨੇ ਦੱਸਿਆ ਹੈ ਉਹ ਇਹ ਦੱਸਿਆ ਹੈ ਕਿ ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਉਹਦੇ ਵਰਗਾ ਹੋਇਆ ਹੈ, ਨਾ ਕੋਈ ਹੋਰ ਹੋਣਾ ਹੈ। ਗੁਰਮਤਿ ਦੀ ਫਿਲਾਸਫੀ ਦੇ ਮੁਤਾਬਕ ਬਹੁਤ ਸਿੱਧੀ ਜੀ ਗੱਲ ਹੈ ਕਿ ਜਿਹੜਾ ਮੁਸਲਮਾਨਾਂ ਦਾ ਖੁਦਾ ਹੈ, ਜਿਹੜਾ ਹਿੰਦੂਆਂ ਦਾ ਰਾਮ ਹੈ, ਜਿਹੜਾ ਹਿੰਦੂਆਂ ਦਾ ਖੁਦਾ ਹੈ, ਜਿਹੜਾ ਉਹਨਾਂ ਦਾ ਪਰਮਾਤਮਾ ਹੈ, ਜਾਂ ਨਾਸਤਿਕਾਂ ਦਾ ਵੀ ਜਿਹੜਾ ਸਿਰਜਣਹਾਰ ਹੈ, ਪਰਮਾਤਮਾ ਕੇਵਲ ਇੱਕ ਹੈ, ਦੋ ਨਹੀਂ ਹੋ ਸਕਦੇ। ਕੋਈ ਸਿੱਖਾਂ ਦਾ ਰੱਬ ਕੋਈ ਵੱਖਰਾ ਨਹੀਂ ਹੈ ਜਾਂ ਕੋਈ ਦੂਸਰੇ ਮੁਲਕਾਂ ਦਾ ਵੱਖਰਾ ਨਹੀਂ ਹੈ। ਕ੍ਰੀਏਟਰ ਇੱਕ ਹੈ, ਬਾਕੀ ਸਾਰੀ ਉਹਦੀ ਕ੍ਰੀਏਸ਼ਨ ਹੈ। ਗੁਰੂ ਸਾਹਿਬ ਨੇ ਜਿਹੜੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਜੀ ਕੁਦਰਤ ਸਾਜੀਏ ਕਰਾਸਨ ਡਿੱਠੋ ਚਾਓ। ਇੱਕ ਆਪ ਰੱਬ ਸੀ, ਦੂਜੀ ਉਹਦੀ ਕੁਦਰਤ ਸੀ। ਇੱਕ ਕਾਦਰ ਹੈ, ਇੱਕ ਉਹਦੀ ਕੁਦਰਤ ਹੈ। ਇੱਕ ਕ੍ਰੀਏਟਰ ਹੈ, ਇੱਕ ਉਹਦੀ ਕ੍ਰੀਏਸ਼ਨ ਹੈ। ਕ੍ਰੀਏਟਰ ਨੇ ਕ੍ਰੀਏਸ਼ਨ ਪੈਦਾ ਕੀਤੀ ਔਰ ਉਸ ਕ੍ਰੀਏਸ਼ਨ ਦੇ ਵਿੱਚ ਖੁਦ ਸਮਾ ਗਿਆ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਸੀ ਕਿ ਰੱਬ ਨੂੰ ਕੀ ਲੋੜ ਪੈ ਗਈ ਇਤਨੀ ਖਲਕਤ ਤਿਆਰ ਕਰਨ ਦੀ, ਇਤਨੇ ਵਿਅਕਤੀ ਪੈਦਾ ਕਰਨ ਦੀ, ਇਤਨੇ ਲੋਕ ਪੈਦਾ ਕਰਨ ਦੀ? ਤਾਂ ਗੁਰੂ ਸਾਹਿਬ ਨੇ ਹੱਸ ਕੇ ਕਿਹਾ, ਰੱਬ ਨੂੰ ਆਪਣੇ ਘਰ ਲਈ ਟਿਕਾਣੇ ਚਾਹੀਦੇ ਸਨ। ਹਰ ਕਿਸੇ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ। ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰੂ ਨਾਨਕ ਸਾਹਿਬ ਨੇ, ਗੁਰਮਤ ਨੇ ਇਹ ਫਿਲਾਸਫੀ ਦਿੱਤੀ ਹੈ, ਅਵਲ ਅੱਲਾਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਇਹ ਜਿਹੜੀ ਇੱਕ ਫਿਲਾਸਫੀਕਲ ਪੱਧਰ ਦੇ ਉੱਤੇ ਜਿਹੜੇ ਇਹ ਇੱਕ ਫਿਲਾਸਫੀ ਦਿੱਤੀ ਗਈ ਕਿ ਤੁਸੀਂ
ਕਿਸੇ ਪੈਗੰਬਰ ਦੇ ਰਾਹੀਂ ਰੱਬ ਤੱਕ ਪਹੁੰਚ ਸਕਦੇ ਹੋ। ਗੁਰੂ ਨਾਨਕ ਸਾਹਿਬ ਨੇ ਕਿਹਾ, ਗੁਰਮਤਿ ਨੇ ਫਿਲਾਸਫੀ ਦਿੱਤੀ, ਹਰ ਕੋ ਭਜੇ ਸੋ ਹਰ ਕਾ ਹੋਏ। ਕਬੀਰ ਸਾਹਿਬ ਤਾਂ ਇੱਥੇ ਤੱਕ ਕਹਿੰਦੇ ਨੇ ਕਿ ਐਸੀ ਅਵਸਥਾ ਆਉਂਦੀ ਹੈ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ ਕਬੀਰ। ਰੱਬ ਵੀ ਢੂੰਡਦਾ ਫਿਰਦਾ ਹੈ ਕਿ ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੁੱਟੇ ਮੋਹੇ। ਇਹ ਅਵਸਥਾ ਬਣ ਜਾਂਦੀ ਹੈ। ਸੋ ਇੱਕ ਉਹ ਫਿਲਾਸਫੀ ਸੀ ਜਿਹੜੀ ਰੱਬ ਦੇ ਰਾਹੀਂ ਪਹੁੰਚਣ ਲਈ ਕਿਸੇ ਵਿਚੋਲੇ ਤੱਕ ਸੀਮਿਤ ਸੀ। ਦੂਸਰੇ ਪਾਸੇ ਉਹ ਲੋਕ ਸਨ ਜਿਨ੍ਹਾਂ ਨੇ ਰੱਬ ਦੇ 3 ਰੂਪ ਬਣਾ ਦਿੱਤੇ, ਰੱਬ ਦੀਆਂ ਵੰਡੀਆਂ ਪਾ ਦਿੱਤੀਆਂ, GOD, ਜਨਰੇਟਰ, ਆਪਰੇਟਰ, ਡਿਸਟਰੋਇਰ। ਉਸ ਨੂੰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਇਹ ਹਿੱਸਾ ਪੈਦਾ ਕਰਨ ਵਾਲਾ ਹੈ, ਇਹ ਹਿੱਸਾ ਮਾਰਨ ਵਾਲਾ ਹੈ, ਇਹ ਹਿੱਸਾ ਉਹਨੂੰ ਬਣਾਉਣ ਵਾਲਾ ਹੈ। ਤੋ ਜਿਸ ਨੇ ਇਹਨਾਂ ਦੀ ਫਿਲਾਸਫੀ ਦੇ ਮੁਤਾਬਕ ਜਿਸ ਨੇ ਤੇ ਜਿਸ ਨੂੰ ਕਹਿੰਦੇ ਹਨ ਨਾਸ਼ ਕਰਨਾ ਹੈ ਸ਼ਿਵ, ਉਹਦੇ ਜਗ੍ਹਾ ਜਗ੍ਹਾ ਜਿੱਥੇ ਵੀ ਕੋਈ ਪੱਥਰ ਗੋਲ ਜਿਹਾ ਲੰਬਾ ਜਿਹਾ ਦੇਖਿਆ ਚੁੱਕ ਕੇ ਉਹਦਾ ਮੰਦਿਰ ਬਣਾ ਦਿੱਤਾ। ਇਹ ਇੱਕ ਬੜੀ ਅਜੀਬ ਜੀ ਗੱਲ ਸੀ। ਤਾਂ ਗੁਰੂ ਨਾਨਕ ਗੁਰਮਤਿ ਦੀ ਫਿਲਾਸਫੀ ਨੇ ਕਿਹਾ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਇਹ ਹੁਣ ਮੁੱਢਲਾ ਫਰਕ ਇਹ ਸੀਗਾ ਕਿ ਆਸਤਕ ਉਹ ਵੀ ਹਨ, ਦੋਨੋਂ ਆਸਤਕ ਹਨ, ਗੁਰਮਤਿ ਵੀ ਆਸਤਕ ਹੈ। ਇੱਕ ਜਿਹੜੇ ਹਨ ਉਹ ਕਹਿ ਰਹੇ ਹਨ ਰੱਬ ਨੂੰ ਪਹੁੰਚਣ ਲਈ ਤੁਸੀਂ ਫਲਾਣੇ ਰਸਤੇ ਤੇ ਉਸ ਪੈਗੰਬਰ ਦੇ ਰਾਹੀਂ ਪਹੁੰਚੋਗੇ, ਜਦੋਂ ਆਖਰਤ ਦਾ ਸਮਾਂ ਆਏਗਾ ਉਹ ਪ੍ਰੋਫਿਟ ਤੁਹਾਡੇ ਤੇ ਹੱਥ ਰੱਖੇਗਾ, ਫਿਰ ਤੁਸੀਂ ਮੁਕਤ ਹੋ ਜਾਓਗੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦੀ ਇੱਕ ਬਹੁਤ ਸਾਖੀ ਬਹੁਤ ਸੁਣਾਈ ਜਾਂਦੀ ਹੈ ਕਿ ਜਦੋਂ ਬਹਾਦਰ ਸ਼ਾਹ ਦੇ ਪੀਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹਾ ਸੀ ਕਿ ਰੱਬ ਜਿਹੜਾ ਹੈ, ਪੈਗੰਬਰ ਜੋ ਹੈ, ਪ੍ਰੋਫਿਟ ਹੈ, ਉਹ ਜਿਸ ਤੇ ਹੱਥ ਰੱਖੇਗਾ ਬਖਸ਼ਿਆ ਜਾਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਸਿੱਕਾ ਦੇ ਕੇ ਕਿਹਾ ਸੀ ਕਿ ਫਲਾਣੀ ਚੀਜ਼ ਲੈ ਆਓ। ਜਦੋਂ ਆ ਕੇ ਕਿਹਾ, ਉਹਨੇ ਕਿਹਾ ਜੀ ਇਹ ਸਿੱਕਾ ਨਹੀਂ ਚੱਲਿਆ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਹਾਦਰ ਸ਼ਾਹ ਨੂੰ ਕਿਹਾ ਕੀ ਗੱਲ, ਤੇਰੇ ਰਾਜ ਵਿੱਚ ਤੇਰਾ ਸਿੱਕਾ ਚੱਲਣਾ ਬੰਦ ਹੋ ਗਿਆ? ਉਸਨੇ ਸਿੱਕਾ ਦੇਖ ਕੇ ਕਿਹਾ ਕਿ ਇਹ ਜੋ ਸਿੱਕਾ ਹੈ ਖੋਟਾ ਹੈ, ਇਹ ਕਿਸ ਤਰ੍ਹਾਂ ਚੱਲ ਸਕਦਾ ਹੈ? ਤਾਂ ਗੁਰੂ ਸਾਹਿਬ ਨੇ ਕਿਹਾ ਪਰ ਤੇਰੀ ਮੋਹਰ ਲੱਗੀ ਹੈ। ਉਸਨੇ ਕਿਹਾ ਮੋਹਰ ਨਾਲ ਕੀ ਹੋਏਗਾ? ਗੁਰੂ ਸਾਹਿਬ ਨੇ ਉਸ ਮੌਲਵੀ ਨੂੰ ਕਿਹਾ ਕਿ ਕੁਝ ਸਮਝ ਆਈ, ਖਾਲੀ ਮੋਹਰ ਨਾਲ ਕੀ ਹੋ ਜਾਏਗਾ? ਤਾਂ ਉਸਨੇ ਕਿਹਾ ਕਿ ਮਜ਼ਹਬ ਕਿਹੜਾ ਚੰਗਾ ਹੈ, ਤੁਹਾਡਾ ਚੰਗਾ ਹੈ ਕਿ ਮੇਰਾ ਚੰਗਾ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਇਹ ਜਿਹੜੀ ਯੂਨੀਵਰਸੈਲਿਟੀ ਸੀ ਤੇ ਇਹ ਇੱਕ ਦੇ ਰਾਹੀਂ ਪਹੁੰਚਣ ਦੀ ਸੀ, ਇਸ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਜਿਤ ਦੁਆਰੇ ਉਭਰੇ ਤੇਤੇ ਲਿਓ ਬਾਰ। ਜਿਹੜਾ ਵੀ ਸੰਸਾਰ ਦੇ ਵਿੱਚ ਕੋਈ ਵਿਅਕਤੀ ਹੈ, ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲੇ ਬਹੁਤ ਐਸੇ ਵਿਅਕਤੀ ਹੋ ਚੁੱਕੇ ਹਨ, ਲੱਖਾਂ ਕਰੋੜਾਂ ਹੋ ਚੁੱਕੇ ਹਨ, ਜਿਨ੍ਹਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ, ਜਿਹੜੇ ਰੱਬ ਤੱਕ ਪਹੁੰਚੇ ਹੋਏ ਸਨ। ਸ਼ਰਤ ਕੇਵਲ ਇੱਕ ਹੈ ਕਿ ਜਿਸ ਨੇ ਕੇਵਲ ਰੱਬ ਦੀ ਆਰਾਧਨਾ ਕੀਤੀ ਹੈ। ਦੂਸਰੇ ਪਾਸੇ ਜਿਨ੍ਹਾਂ ਨੇ ਰੱਬ ਨੂੰ 3 ਹਿੱਸਿਆਂ ਦੇ ਵਿੱਚ ਵੰਡ ਦਿੱਤਾ, ਇੱਕ ਬਣਾਉਣ ਵਾਲਾ, ਇੱਕ ਪਾਲਣਾ ਕਰਨ ਵਾਲਾ, ਇੱਕ ਨਾਸ਼ ਕਰਨ ਵਾਲਾ। ਫਿਰ ਜਿਹੜਾ ਪਾਲਣਾ ਕਰਨ ਵਾਲਾ ਹੈ ਉਸ ਦੇ ਅੱਗੋਂ 10 ਰੂਪ ਬਣਾ ਦਿੱਤੇ, ਉਸ ਦੇ 10 ਅਵਤਾਰ ਕਰ ਦਿੱਤੇ। ਉਹ ਅਵਤਾਰ ਵੀ ਕੇਵਲ ਆਦਮੀ ਤੱਕ ਹੀ ਨਹੀਂ ਸੀਮਿਤ ਕੀਤੇ, ਬਲਕਿ ਸ਼ੁਰੂ ਜਾਨਵਰਾਂ ਤੋਂ ਕਰਕੇ ਜਾਨਵਰ ਔਰ ਆਦਮੀ ਦੇ ਮਿਲਾਪ ਤੱਕ ਉਹ ਪੈਦਾ ਕਰ ਦਿੱਤੇ। ਔਰ ਉਸ ਦੇ ਵਿੱਚ ਉਹਨਾਂ ਨੇ ਪਹਿਲਾ ਅਵਤਾਰ ਜਿਹੜਾ ਸੀਗਾ ਉਹ ਵਰਾਹ ਅਵਤਾਰ ਕਿਹਾ, ਸੂਰ ਦੇ ਰੂਪ ਵਿੱਚ ਆਇਆ। ਸਾਡੇ ਰਾਸ਼ਟਰਪਤੀ ਦਾ ਨਾਮ ਵਰਾਹਵਰੀ ਵੈਂਕਟ ਗਿਰੀ ਸੀ। ਵਰਾਹ ਅਵਤਾਰ ਆਇਆ, ਕਦੀ ਕਛੂਏ ਦੇ ਰੂਪ ਵਿੱਚ ਆਇਆ, ਕੱਛ ਅਵਤਾਰ ਆਇਆ, ਫਿਰ ਮੱਛ ਅਵਤਾਰ ਆਇਆ, ਫਿਰ ਕਦੀ ਇਹਨਾਂ ਦਾ ਸੁਮੇਲ ਜਿਹੜਾ ਸੀ ਨਰਸਿੰਘ ਆਇਆ। ਤਾਂ ਇਸ ਤਰ੍ਹਾਂ ਕਰਕੇ ਵੱਖ-ਵੱਖ ਅਵਤਾਰ ਕਰ ਦਿੱਤੇ ਕਿ ਰੱਬ ਨੇ ਜਨਮ ਲੈ ਲਿਆ। ਇਸ ਫਿਲਾਸਫੀ ਨੇ ਇਹ ਦਿੱਤਾ ਕਿ ਤੁਸੀਂ ਉਸ ਅਵਤਾਰ ਨੂੰ ਮੰਨ ਲਓ, ਤੁਸੀਂ ਰੱਬ ਦੀ ਪੂਜਾ ਕਰ ਲਈ। ਗੁਰਮਤਿ ਦੀ ਫਿਲਾਸਫੀ ਵਿੱਚ ਇਹ ਜੋ ਅਵਤਾਰ ਦੀ ਪੂਜਾ ਹੈ, ਇਹ ਰੱਬ ਦੀ ਪੂਜਾ ਦੇ ਵਿਰੋਧ ਵਿੱਚ ਹੈ, ਇਹ ਰੁਕਾਵਟ ਹੈ, ਰੱਬ ਦੇ ਰਸਤੇ ਵਿੱਚ ਰੁਕਾਵਟ ਹੈ। ਅਵਤਾਰ ਦਰਅਸਲ ਰੁਕਾਵਟ ਬਣ ਗਿਆ, ਕਿਉਂਕਿ ਅਮਲੀ ਤੌਰ ਦੇ ਉੱਤੇ ਜਿਹੜਾ ਕਿਸੇ ਦੀ ਆਰਾਧਨਾ ਕਰ ਰਿਹਾ ਕੇਵਲ ਉਸ ਤੱਕ ਹੀ ਸੀਮਿਤ ਹੋ ਗਿਆ, ਉਸ ਤੋਂ ਅੱਗੇ ਪਹੁੰਚ ਹੀ ਨਹੀਂ ਰਿਹਾ। ਗੁਰਮਤਿ ਨੇ ਇਸ ਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚੜੇ ਡੋਰੂ ਟਮਕਾਵੇ। ਉਸ ਤੱਕ ਹੀ ਪਹੁੰਚ ਸਕੇਗਾ, ਉਸ ਤੋਂ ਅੱਗੇ ਨਹੀਂ ਜਾਏਗਾ। ਮਗਰ ਗੁਰਮਤਿ ਨੇ ਇੱਕ ਗੱਲ ਹੋਰ ਬੜੀ ਸਪਸ਼ਟ ਕੀਤੀ ਕਿ ਨਾਂ ਨਾਲ ਕੋਈ ਤਲਕ ਨਹੀਂ ਹੈ। ਰੱਬ ਦਾ ਕੋਈ ਨਾਂ ਦਿੱਤਾ ਹੀ ਨਹੀਂ ਜਾ ਸਕਦਾ, ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਸੋ ਜਿਹੜਾ ਮਰਜ਼ੀ ਤੁਹਾਨੂੰ ਚੰਗਾ ਲੱਗਦਾ ਨਾਂ ਦੇ ਦਿਓ। ਉਹ ਤਾਂ ਕਿਹਾ, ਕਹੋ ਨਾਨਕ ਗੁਰ ਖੋਏ ਪਰਮ ਏਕੋ ਅੱਲੋ ਪਾਰ ਬ੍ਰਹਮ। ਉਸ ਦਾ ਕੋਈ ਨਾਂ ਹੈ ਨਹੀਂ।
ਤੇ ਜੇ ਉਸ ਦਾ ਕੋਈ ਨਾਂ ਨਹੀਂ, ਗੁਰਮਤ ਨੂੰ ਕੋਈ ਇਤਰਾਜ਼ ਨਹੀਂ ਜੇ ਰੱਬ ਨੂੰ ਕ੍ਰਿਸ਼ਨ ਵੀ ਕਹਿ ਕੇ ਪੁਕਾਰ ਲਿਆ ਜਾਏ। ਗੁਰੂ ਅਰਜਨ ਦੇਵ ਜੀ ਨੇ ਖੁਦ ਕਿਹਾ, ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ। ਤੁਸੀਂ ਉਸ ਨੂੰ ਜਿਹੜੀ ਮਰਜ਼ੀ ਨਾਂ ਦੇ ਦਿਓ, ਪਰ ਇੱਕ ਸ਼ਰਤ ਨਾਲ ਰੱਖੀ, ਇੱਕ ਚੇਤਾਵਨੀ ਦਿੱਤੀ ਕਿ ਤੁਸੀਂ ਰੱਬ ਨੂੰ ਕ੍ਰਿਸ਼ਨ ਕਹਿ ਸਕਦੇ, ਕ੍ਰਿਸ਼ਨ ਨੂੰ ਰੱਬ ਨਹੀਂ ਕਹਿ ਸਕਦੇ। ਇਹ ਗੱਲ ਜਿਹੜੀ ਸਮਝ ਆ ਜਾਏ, ਇਸ ਗੱਲ ਨੂੰ ਭਗਤ ਨਾਮਦੇਵ ਜੀ ਨੇ ਕਿਹਾ। ਭਗਤ ਨਾਮਦੇਵ ਜੀ ਨੇ ਕਿਹਾ, ਕਿਉਂਕਿ ਦੋ ਫਿਲਾਸਫੀ ਸੀ। ਇੱਕ ਫਿਲਾਸਫੀ ਜਿਹੜੀ ਸੀ ਪੈਗੰਬਰ ਤੱਕ ਸੀਮਿਤ ਰਹਿ ਗਈ, ਪੈਗੰਬਰ ਦੇ ਰਾਹੀਂ ਜਾਂਦੀ ਸੀ। ਦੂਜੀ ਅਵਤਾਰਵਾਦ ਤੱਕ ਜਾਂਦੀ ਸੀ। ਉਹ ਜਿਹੜੇ ਪੈਗੰਬਰਵਾਦ ਤੱਕ ਸੀ, ਰੱਬ ਤੱਕ ਦੇਖ ਤਾਂ ਰਹੇ ਸਨ, ਪਰ ਇੱਕ ਅੱਖ ਨਾਲ ਦੇਖ ਰਹੇ ਸਨ। ਤੇ ਦੂਜੇ ਪਾਸੇ ਕੇਵਲ ਅਵਤਾਰਵਾਦ ਤੱਕ ਹੋ ਕੇ ਰੁਕ ਗਏ। ਭਗਤ ਨਾਮਦੇਵ ਜੀ ਨੇ ਕਿਹਾ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਇਹ ਇੱਕ ਫਿਲਾਸਫੀਕਲ, ਬੜੀ ਇੱਕ ਫਿਲਾਸਫੀਕਲ ਇੱਕ ਗੱਲ ਸੀ ਜਿਹੜੀ ਉਹਨਾਂ ਨੇ ਸਪਸ਼ਟ ਕੀਤੀ। ਉਸ ਫਲਸਫੇ ਦੀ ਗੱਲ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸਾਰੀ ਖਲਕਤ ਦੇ ਵਿੱਚ, ਹਰ ਕਿਸੇ ਦੇ ਵਿੱਚ ਵਾਹਿਗੁਰੂ ਦਾ ਰੂਪ ਹੈ, ਵਾਹਿਗੁਰੂ ਦੀ ਸ਼ਖਸੀਅਤ ਹੈ, ਉਸੇ ਦੀ ਜੋਤ ਹੈ ਸਾਰਿਆਂ ਵਿੱਚ। ਮਗਰ ਦਿੱਕਤ ਇਹ ਹੋਈ ਹੈ ਲੋਕਾਂ ਵਿੱਚ, ਆਮ ਇਨਸਾਨ ਦੇ ਵਿੱਚ, ਧਰਾਤਲ ਦੇ ਵਿੱਚ ਕੁਝ ਨੂੰ ਛੱਡ ਕੇ ਜਿਹੜੇ ਉਸ ਤੱਕ ਪਹੁੰਚ ਗਏ, ਉਹ ਇਹ ਹੋਇਆ ਕਿ ਉਹ ਕੇਵਲ ਉਸ ਰਸਤੇ ਤੇ ਹੀ ਅਟਕ ਗਏ। ਤਾਂ ਜਦੋਂ ਇਹ ਗੱਲ ਹੋਈ ਤਾਂ ਉਹਨਾਂ ਨੇ ਕਿਹਾ, ਇਸ ਗੱਲ ਨੂੰ ਬਹੁਤ ਸਪਸ਼ਟ ਕਰਦਿਆਂ ਉਹਨਾਂ ਨੇ ਇਸ ਨਾ ਅਵਤਾਰਵਾਦ ਨੂੰ ਮੰਨਿਆ, ਨਾ ਉਹਨਾਂ ਨੇ ਪੈਗੰਬਰਵਾਦ ਨੂੰ ਮੰਨਿਆ। ਇਹ ਜਿਹੜੀ ਗੁਰਮਤ ਦੀ ਤੀਜੀ ਜਿਹੜੀ ਸ਼੍ਰੇਣੀ ਜਿਹੜੀ ਉਹਨਾਂ ਨੇ ਦਿੱਤੀ ਕਿ ਸੰਸਾਰ ਦੇ ਕਿਸੇ ਵੀ ਹਿੱਸੇ ਦਾ ਕੋਈ ਵੀ ਵਿਅਕਤੀ ਉਹ ਰੱਬ ਦੀ ਅਗਰ ਉਸਤਤ ਕਰਦਾ ਹੈ, ਇਹ ਫਿਲਾਸਫੀ ਗੁਰਮਤ ਦੀ ਮੁੱਢਲੀ ਫਿਲਾਸਫੀ ਸੀ। ਤੇ ਜਿਹੜੇ ਵਿਅਕਤੀ ਕਾਦਰ ਨੂੰ ਛੱਡ ਕੇ ਉਹਦੀ ਕੁਦਰਤ ਵਿੱਚ ਉਲਝ ਗਏ, ਜੇ ਅਗਰ ਮੇਰੇ ਦੋਸਤ ਦਾ ਬਣਾਇਆ ਚਿੱਤਰ ਹੈ, ਅਗਰ ਉਸ ਦੀ ਪੇਂਟਿੰਗ ਹੈ, ਅਗਰ ਉਹ ਦੇਖ ਕੇ ਮੈਨੂੰ ਆਪਣਾ ਮਿੱਤਰ ਯਾਦ ਆ ਜਾਏ, ਅਗਰ ਉਹ ਚਿੱਤਰਕਾਰ ਯਾਦ ਆ ਜਾਏ, ਤਾਂ ਇਹ ਚਿੱਤਰ ਮੁਬਾਰਕ ਹੈ, ਇਹ ਚਿੱਤਰ ਪ੍ਰਸ਼ੰਸਾਯੋਗ ਹੈ, ਇਹ ਮੇਰੇ ਲਈ ਸਹਾਈ ਹੈ। ਪਰ ਜੇ ਮੈਂ ਇੱਥੇ ਹੀ ਉਲਝ ਜਾਵਾਂ, ਜਿਹੜਾ ਚਿੱਤਰ ਮੇਰੇ ਯਾਰ ਨੂੰ ਭੁਲਾ ਦੇਵੇ, ਉਸ ਚਿੱਤਰ ਮੇਰੇ ਲਈ ਕੋਈ ਫਾਇਦਾ ਨਹੀਂ ਰੱਖਦਾ। ਤਾਂ ਹੋਇਆ ਇਹੀ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰ। ਇੱਕ ਰੱਬ ਸੀ, ਇੱਕ ਕਾਦਰ ਸੀ, ਦੂਜੀ ਉਹਦੀ ਕੁਦਰਤ ਸੀ। ਇੱਕ ਕਾਦਰ ਸੀ, ਆਪੀ ਨੇ ਆਪ ਰਚਿਓ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ। ਇੱਕ ਆਪ ਸੀ, ਦੂਜੀ ਕੁਦਰਤ ਸੀ। ਮਗਰ ਗੁਰੂ ਸਾਹਿਬ ਨੇ ਬਹੁਤ ਸਪਸ਼ਟ ਕੀਤਾ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਇਸ ਇੱਕ ਨੂੰ ਛੱਡ ਕੇ ਜਿਹੜਾ ਦੂਜੇ ਦੇ ਮਗਰ ਲੱਗੇਗਾ, ਉਹ ਡੁੱਬੇਗਾ ਹੀ ਡੁੱਬੇਗਾ, ਉਸ ਦਾ ਕੁਝ ਵੀ ਨਹੀਂ ਸਵਰ ਸਕਦਾ। ਸ਼ਰਤ ਬੜੀ ਸਪਸ਼ਟ ਸੀ। ਇਸ ਫਿਲਾਸਫੀ ਨੂੰ ਦੇਣ ਲਈ ਗੁਰੂ ਨਾਨਕ ਸਾਹਿਬ ਮੱਕੇ ਵੀ ਗਏ ਔਰ 1.5 ਸਾਲ ਮੱਕੇ ਵਿੱਚ ਰਹੇ, ਔਰ ਇੱਕੋ ਗੱਲ, ਇਹੀ ਗੱਲ ਉਹਨਾਂ ਨੂੰ ਸਮਝਾਈ ਕਿ ਇਹ ਕੇਵਲ ਅਸੀਂ ਅਕਾਲ ਪੁਰਖ ਦੀ ਆਰਾਧਨਾ ਕਰੀਏ, ਅਸੀਂ ਉਸਤਤ ਕਿਸੇ ਦੀ ਵੀ ਕਰੀਏ, ਪਰ ਸਤੁਤੀ ਜਿਹੜੀ ਹੈ ਉਹ ਕੇਵਲ ਇੱਕ ਅਕਾਲ ਪੁਰਖ, ਇੱਕ ਪਰਮਾਤਮਾ ਦੀ ਹੋ ਸਕਦੀ ਹੈ। ਔਰ ਉਹਦੇ ਲਈ ਸ਼ਰਤ ਉਹਨਾਂ ਨੇ ਹੀ ਦਿੱਤੀ, ਪਤ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ, ਨਾਵੋ ਧੋਵੋ ਤਿਲਕ ਲਗਾਵੋ, ਸੁਚ ਵਿਣ ਸੋਚ ਨਾ ਹੋਈ। ਅਮਲ ਠੀਕ ਹਨ ਤਾਂ ਉਹਨਾਂ ਨੇ ਇਹ ਨਹੀਂ ਕਿਹਾ, ਜਿਹੜੀ ਗੱਲ ਉਹਨਾਂ ਨੇ ਸਮਝਾਈ ਇਹ ਸੀ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਅਮਲ ਨਹੀਂ ਹੋਣਗੇ ਤਾਂ ਉਸ ਤੋਂ ਬਾਅਦ ਖਾਲੀ ਭੇਖ ਨਾਲ, ਖਾਲੀ ਮੋਹਰ ਨਾਲ ਕੁਝ ਨਹੀਂ ਹੋ ਸਕੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਇਹੀ ਗੱਲ ਸਮਝਾਈ, ਜੇ ਕਿਸੇ ਨੇ ਖਾਲੀ ਕੇਸ ਰੱਖ ਲਏ ਹਨ, ਜੇ ਕਿਸੇ ਨੇ ਖਾਲੀ ਰੂਪ ਬਣਾ ਲਿਆ ਹੈ, ਤਾਂ ਉਸ ਰੂਪ ਦੇ ਨਾਲ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਿਸ ਤਰ੍ਹਾਂ ਕੋ ਗਧਾ ਲੈ ਲਓ, ਖੋਤੇ ਨੂੰ ਲੈ ਕੇ ਉਸ ਨੂੰ ਨਵਾਓ ਧਵਾਓ, ਉਸ ਦੇ ਸਿਰ ਦੇ ਉੱਤੇ ਫੁੱਲਾਂ ਦੀ ਮਾਲਾ ਰੱਖ ਦਿਓ, ਤਾਂ ਜਿਉਂ ਕਾਹੂਲੇ ਗਧਾ ਨਵਾਇਓ, ਫੂਲ ਮਾਲ ਤੇ ਮੂੰਡ ਧਰਾਇਓ, ਤੇ ਕਰਤਾ ਕੀ ਸੋਭਾ ਨਾਹੀਂ, ਹਾਸੀ ਹੋਤ ਸਬਸ ਜਗਮਾਏ। ਉਹ ਇੱਕ ਹਾਸੇ ਦਾ ਕਾਰਨ ਬਣੇਗਾ, ਉਹ ਉਸ ਦੇ ਨਾਲ ਕੁਝ ਹਾਸਲ ਨਹੀਂ ਹੋਏਗਾ। ਤਾਂ ਕਿਹਾ ਗਿਆ, ਤਿਮ ਕੁਰਹਿਤੀਏ ਕੇਸ ਰਖਾਏ, ਕਹੋ ਸੋ ਕੈਸੇ ਸ਼ੋਭਾ ਪਾਏ, ਬੇਗ ਬਿਨਾ ਜਿਮ ਬਾਜ਼ੀ ਹੀਨ, ਰਹਿਤ ਬਿਨਾ ਇਹ ਕੇਸ ਮਲੀਨ, ਰਹਿਤ ਸੋ ਕੇਸਨ ਕੋ ਅਤ ਭੂਖਨ, ਰਹਿਤ ਬਿਨਾ ਸਿਰ ਕੇਸ ਵੀ ਦੋਖਨ। ਜੇ ਅਮਲ ਹਨ ਤਾਂ ਉਹ ਅਮਲਾਂ ਦੇ ਨਾਲ ਹੀ ਉਸ ਦਾ ਨਿਬੇੜਾ ਹੋਏਗਾ, ਨਹੀਂ ਤਾਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਰਹਿਤ ਬਿਨਾ ਨਹੀਂ ਸਿੱਖ ਕਹਾਵੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਿਲਾਸਫੀ ਸੀ। ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਸੀ, ਉਸ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਇੱਕ ਅਕਾਲ ਪੁਰਖ ਦੀ ਆਰਾਧਨਾ, ਇੱਕ ਅਕਾਲ ਪੁਰਖ ਨਾਲ ਜੋੜਨ ਲਈ ਆਇਆ ਸੀ, ਕਿਉਂਕਿ ਉਸ ਵੇਲੇ ਦੇ ਸਮਾਜ ਵੰਡੀਆਂ ਵਿੱਚ ਪਿਆ ਸੀ। ਜਦੋਂ ਕਿਸੇ ਨੂੰ ਉੱਚੀ ਜਾਤ ਵਾਲੇ ਦੇ ਨਾਲ ਬਹਿਣ ਦਾ ਆਦੇਸ਼ ਨਹੀਂ ਸੀ, ਸਮ੍ਰਿਤੀਆਂ 'ਚ ਇੱਥੇ ਤੱਕ ਲਿਖਿਆ ਸੀ, ਜੇ ਕੋਈ ਨੀਵੀਂ ਜ਼ਾਤ ਦਾ ਬੰਦਾ ਉੱਚੀ ਜ਼ਾਤ ਵਾਲੇ ਦੇ ਨਾਲ ਇੱਕ ਆਸਨ 'ਤੇ ਬਹਿਣਾ ਚਾਹੇ, ਰਾਜੇ ਨੂੰ ਚਾਹੀਦਾ ਉਹਦੇ ਥਲਵੇਂ ਹਿੱਸੇ ਦਾ ਮਾਸ ਕਤਰਵਾ ਦੇਵੇ, ਜਾਂ ਉਹਦੇ ਕੰਨਾਂ 'ਚ ਸੀਸਾ ਪਾ ਦੇਵੇ, ਜਾਂ ਉਸ ਦੀ ਜੀਭ ਕਤਰਵਾ ਦੇਵੇ,
ਤੇ ਹੈਰਾਨੀ ਦੀ ਗੱਲ ਹੈ ਉਸ ਸਮੇਂ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਆਪਣੇ ਨਾਲ ਹੀ ਜਗ੍ਹਾ ਨਹੀਂ ਦਿੱਤੀ, ਉਸ ਨੂੰ ਗੁਰਬਾਣੀ ਦਾ ਦਰਜਾ ਦੇ ਕੇ ਉਸ ਨੂੰ ਨਮਸਕਾਰ ਕਰਵਾਈ ਔਰ ਆਪ ਵੀ ਉਸ ਨੂੰ ਨਮਸਕਾਰ ਕੀਤੀ। ਇਹ ਇੱਕ ਮਹਾਨ ਦਿਨ ਹੈ, ਜਿਹੜੀ ਕਿ ਸਾਰੀ ਮਾਨਵਤਾ ਦਾ ਦਿਨ ਹੈ, ਜਿਹੜੀ ਸਾਰੀ ਇਨਸਾਨੀਅਤ ਦਾ ਦਿਨ ਹੈ। ਪਰ ਅਸੀਂ ਆਪ ਇਸ ਤੋਂ ਕਿੰਨਾ ਕੁ ਲਾਭ ਲੈ ਸਕਾਂਗੇ? ਖਲਕਤ ਲੈ ਲੇਗੀ, ਦੁਨੀਆ ਲੈ ਲੇਗੀ, ਪਰ ਅਸੀਂ ਇਸ ਤੋਂ ਲੈ ਸਕੀਏ ਨਹੀਂ ਤਾਂ ਫਿਰ ਸਾਡੇ ਮੰਦੇ ਭਾਗ ਹੀ ਕਹਿ ਸਕਾਂਗੇ, ਹੋਰ ਇਸ ਤੋਂ ਵੱਧ ਕੀ ਕਹਿ ਸਕਦੇ। This is the ICS network and you watching Indian culture show Sur Sangeet. ਲਾਮਾ ਸਾਹਿਬ ਬਹੁਤ ਹੀ ਅੱਛਾ ਔਰ ਸਾਰਿਆਂ ਨੂੰ ਇਹਦੇ ਬਾਰੇ ਪਤਾ ਲੱਗਿਆ ਹੈ। ਇਸ ਵੇਲੇ ਜੋ ਤੁਸੀਂ ਦੇਖੋ ਆਮ ਅਕਸਰ ਨਿਊਜ਼ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਹੀ ਹੋਵੇਗਾ ਕਿ ਇੱਥੇ ਕਾਫੀ ਹਾਸੇ ਇਹੋ ਜਿਹੇ ਵਾਪਰੇ ਨੇ ਜਦੋਂ 11 ਤੋਂ ਬਾਅਦ ਹੋਇਆ ਸੀਗਾ ਕਿ ਸਿੱਖਾਂ ਨੂੰ ਆਪਣੀ ਪਹਿਚਾਣ ਦੇ ਲਈ ਉਸ ਸਥਿਤੀ ਦਾ ਬਹੁਤ ਹੀ ਗੰਭੀਰਤਾ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਇੱਕ ਥੋੜਾ ਜਿਹਾ ਸਹੀ ਹੁੰਦਾ ਹੈ, ਉਸ ਤੋਂ ਬਾਅਦ ਹੁਣੇ 2-3 ਹਫ਼ਤੇ ਪਹਿਲਾਂ ਇੱਕ ਹਾਦਸਾ ਫਿਰ ਵਾਪਰਿਆ ਇੱਥੇ ਕਿ ਇੱਕ ਸਿੱਖ ਸੱਜਣ ਨੂੰ ਇੱਥੇ ਕੁੱਟਿਆ 101 ਐਵਨਿਊ ਰਿਚਮੰਡ ਹਿੱਲ ਦੇ ਵਿੱਚ। ਤੁਹਾਡੀ ਉਸ ਪੱਤਰਕਾਰੀ ਦੀ ਨਜ਼ਰ ਦੇ ਮੁਤਾਬਕ ਕਮੀ ਕਿੱਥੇ ਹੈ? ਅਸੀਂ ਟਰਾਈ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੀਆਂ ਕੋਸ਼ਿਸ਼ਾਂ ਗੁਰੂ ਘਰ ਦੀਆਂ ਚਾਰ ਦੀਵਾਰੀ ਦੇ ਅੰਦਰ ਤੱਕ ਹੀ ਸੀਮਤ ਤੇ ਨਹੀਂ ਰਹਿ ਗਈਆਂ ਜਾਂ ਇਹਦੇ ਲਈ ਸਾਨੂੰ ਕੀ ਉਪਰਾਲੇ ਕਰਨੇ ਚਾਹੀਦੇ ਨੇ? ਕਿਉਂਕਿ ਤੁਸੀਂ ਦੇਖੋ ਉੱਥੇ ਪੰਜਾਬ 'ਚੋਂ ਉੱਥੇ ਤਾਂ ਕੁਝ ਇੱਕ ਹੋਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਮਗਰ ਇੱਥੇ ਅਮਰੀਕਾ ਦੇ ਵਿੱਚ ਵਰਲਡ ਦਾ ਹਰ ਬੰਦਾ ਹੈ ਉਸ ਦੇ ਵਿੱਚ ਆਪਣੇ ਆਪ ਨੂੰ ਰਿਕੋਗਨਾਈਜ਼ ਕਰਨਾ ਬੜਾ ਹੀ ਔਖਾ ਹੈ। ਤੁਹਾਡੀ ਨਜ਼ਰ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਸਾਨੂੰ ਚੱਲਣਾ ਚਾਹੀਦਾ ਹੈ ਜਾਂ ਇਹ ਕਿਉਂ ਹੋ ਰਹੀਆਂ? ਇਹ ਵੀ ਬਹੁਤ ਅਹਿਮ ਔਰ ਗੰਭੀਰ ਮਸਲਾ ਹੈ, ਜਿਹੜੀ ਹਰ ਕਿਸੇ ਦਾ ਆਪਣਾ ਸੋਚਣ ਦਾ ਨਜ਼ਰੀਆ ਇਸ 'ਤੇ ਹੈ। ਸਿੱਖ ਦੀ ਪਛਾਣ, ਸਿੱਖ ਦੀ ਐਂਟੀਟੀ ਉਸ ਦੀ ਆਈਡੈਂਟੀਟੀ 'ਤੇ ਟਿਕੀ ਹੋਈ ਹੈ। ਜੇ ਉਸ ਦੀ ਆਈਡੈਂਟੀਟੀ ਨਹੀਂ ਰਹੇਗੀ ਤਾਂ ਉਸ ਦੀ ਐਂਟੀਟੀ ਕਾਇਮ ਨਹੀਂ ਰਹਿ ਸਕਦੀ। ਇਹ ਇਤਿਹਾਸਕ ਤੱਥ ਹੈ। ਜੇਕਰ ਖਾਲੀ ਇਹ ਕਹਿ ਲਿਆ ਜਾਏ ਕਿ ਉਹ ਖਾਲੀ ਉਸ ਦੇ ਸਰੂਪ ਕਰਕੇ ਉਸ ਦੇ 'ਤੇ ਅਟੈਕ ਹੁੰਦੇ ਹਨ ਤਾਂ ਫਿਰ ਹਿੰਦੁਸਤਾਨ ਵਿੱਚ ਵੀ ਸਾਰੇ ਆਪਸ ਦੇ ਵਿੱਚ ਹੀ ਵੱਖ-ਵੱਖ ਧਰਮਾਂ ਦੇ ਵਿੱਚ ਵੀ, ਦੂਜੇ ਮੁਲਕਾਂ ਦੇ ਵਿੱਚ ਵੀ ਜਿਨ੍ਹਾਂ ਦਾ ਬਾਹਰੀ ਸਰੂਪ ਇੱਕ ਹੈ, ਫਿਰ ਉਹਨਾਂ ਦੇ ਆਪਸ ਦੇ ਵਿੱਚ ਕਦੀ ਝਗੜੇ ਨਾ ਹੋਣ, ਉਹਨਾਂ ਦੇ ਫਸਾਦ ਨਾ ਹੋਣ, ਸਾਰੇ ਦੇਖਣ ਨੂੰ ਇੱਕੋ ਜਿਹੇ ਲੱਗਦੇ ਹਨ। ਇਸ ਆਈਡੈਂਟੀਟੀ ਔਰ ਐਂਟੀਟੀ ਦੇ ਮਸਲੇ ਨੂੰ ਮੈਂ ਥੋੜ੍ਹਾ ਜਿਹਾ ਹੋਰ ਗੰਭੀਰਤਾ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਕਿ ਮਿੱਟੀ ਹੈ, ਕਲੇ ਹੈ, ਮਿੱਟੀ ਦੇ ਵਿੱਚੋਂ ਭਾਂਡੇ ਤਿਆਰ ਹੁੰਦੇ ਹਨ, ਮਿੱਟੀ ਦੇ ਵਿੱਚੋਂ ਆਰਟ ਪੀਸਸ ਤਿਆਰ ਹੁੰਦੇ ਹਨ। ਜਿਹੜੀਆਂ ਵੀ ਮਿਨੋਰਿਟੀਜ਼ ਹਨ, ਅਸੀਂ ਇੱਕ ਮਿਨੋਰਿਟੀ ਹਾਂ ਔਰ ਇਹ ਜਿਹੜੀ ਮਿਨੋਰਿਟੀ ਹੈ, ਹਰ ਮਿਨੋਰਿਟੀ ਰਿਵੀਲਡ ਰਿਲੀਜਨ ਜਿਹੜਾ ਹੈ, ਜਿਸ ਨੂੰ ਅਲਹਾਮੀ ਰਿਲੀਜਨ ਕਹਿੰਦੇ ਹਨ, ਹਰ ਰਿਵੀਲਡ ਰਿਲੀਜਨ ਹਮੇਸ਼ਾ ਹੀ ਮਿਨੋਰਿਟੀ ਵਿੱਚ ਹੋਏਗਾ, ਕਦੀ ਮੈਜੋਰਿਟੀ ਵਿੱਚ ਨਹੀਂ ਹੋ ਸਕਦਾ, ਹਮੇਸ਼ਾ ਹੀ ਮਿਨੋਰਿਟੀ 'ਚ ਹੋਏਗਾ। ਮਿੱਟੀ ਦੇ ਵਿੱਚੋਂ ਆਰਟ ਪੀਸਸ ਤਿਆਰ ਹੁੰਦੇ ਹਨ, ਦੋਨਾਂ ਦੀ ਗਿਣਤੀ ਕਦੀ ਬਰਾਬਰ ਨਹੀਂ ਹੋ ਸਕੇਗੀ, ਮਗਰ ਉਹ ਆਰਟ ਪੀਸ ਦਾ ਸੋਰਸ ਵੀ ਉਹ ਮਿੱਟੀ ਹੀ ਹੈ, ਉਹ ਕਲੇ ਹੈ, ਉਸ ਦਾ ਸੋਮਾ ਵੀ ਉਹੀ ਹੈ, ਉਸ ਤੋਂ ਵੱਖ ਵੀ ਨਹੀਂ ਹੈ ਪਰ ਦੋਨੋਂ ਇੱਕ ਵੀ ਨਹੀਂ ਹਨ। ਜਦੋਂ ਉਹ ਨਿਖਰ ਜਾਂਦਾ ਹੈ, ਜਦੋਂ ਉਸ 'ਤੇ ਕਾਰੀਗਰ ਦਾ ਕਮਾਲ ਹੋ ਜਾਂਦਾ ਹੈ, ਉਹ ਇੱਕ ਆਰਟ ਪੀਸ ਬਣ ਜਾਂਦਾ ਹੈ। ਸਿੱਖ ਵੀ ਉਸ ਮਿੱਟੀ ਦੇ ਵਿੱਚੋਂ ਘੜਿਆ ਹੋਇਆ ਇੱਕ ਹੀਰਾ ਹੈ, ਇੱਕ ਆਰਟ ਪੀਸ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਘੜ ਕੇ, ਜਿਸ ਨੂੰ 10 ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਵਿੱਚ ਆ ਕੇ ਇਸ ਨੂੰ ਘੜਿਆ ਹੈ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ, ਉਹਨਾਂ ਨੇ ਆਪਣਾ ਸਾਰਾ ਕੁਝ ਇਸ ਵਿੱਚ ਸਮਰਪਿਤ ਕਰ ਦਿੱਤਾ ਹੈ। ਉਸ ਚੀਜ਼ ਦੇ ਨਾਲ ਇਹ ਜਿਹੜੀ ਚੀਜ਼ ਤਿਆਰ ਕੀਤੀ ਗਈ ਹੈ। ਕਿਸੇ ਵੀ ਮਿਨੋਰਿਟੀ ਲਈ ਸਭ ਤੋਂ ਖਤਰਨਾਕ ਚੀਜ਼ ਉਸ ਦੇ 'ਚ ਇਹ ਕੰਪਲੈਕਸ ਆ ਜਾਣਾ ਕਿ ਅਸੀਂ ਮਿਨੋਰਿਟੀ ਵਿੱਚ ਹਾਂ। ਇਹ ਕੰਪਲੈਕਸ ਬਹੁਤ ਖਤਰਨਾਕ ਹੁੰਦਾ ਹੈ। ਗੁਰੂ ਨਾਨਕ ਸਾਹਿਬ ਚੜ੍ਹਿਆ ਸੋਧਣ ਧਰਤ ਲੁਕਾਈ ਦਾ ਮਿਸ਼ਨ ਲੈ ਕੇ ਇਹ ਜਦੋਂ ਤੁਰੇ ਸਨ ਤਾਂ ਉਹਨਾਂ ਦੇ ਨਾਲ ਕੋਈ ਫੌਜ ਨਹੀਂ ਸੀ, ਕੋਈ ਆਰਮੀ ਨਹੀਂ ਸੀ, ਕੋਈ ਭੀੜ ਨਹੀਂ ਸੀ। ਉਹ ਕੌਣ ਸਨ? ਕੇਵਲ ਗੁਰੂ ਨਾਨਕ ਸਾਹਿਬ ਸਨ, ਨਾਲ ਉਹਨਾਂ ਦੇ ਇੱਕ ਸਾਥੀ ਸੀ, ਤੇ ਹਥਿਆਰ ਕਿਹੜਾ ਸੀ? ਇੱਕ ਰਬਾਬ ਸੀ। ਤੇਜਾ ਸਿੰਘ ਸਾਹਿਬ ਨੇ ਬਹੁਤ ਸੋਹਣਾ ਲਿਖਿਆ ਸੀ, ਸੁੱਕੀ ਜੀ ਲੱਕੜੀ ਨੂੰ ਇੱਕ ਦੋ ਨੇ ਤਾਰਾ, ਜਦੋਂ ਨਾ ਲਗਾਵੇ ਨਸ਼ਾ ਹੁੰਦਾ ਜਾਂਦਾ, ਬੜੇ ਮਿੱਠੇ ਮਿੱਠੇ ਬੜੇ ਸੋਹਣੇ ਸੋਹਣੇ ਉਹ ਨਗਮੇ ਸੁਣਾਉਂਦਾ, ਕਰਤਾਰ ਕਰਤਾਰ
ਰਾਗੀ ਵੀ ਡਿੱਠਾ, ਕਿਉਂ ਜੀ ਕਿਤੇ ਨੇ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਰਾਂਦਾ ਰਬਾਬੀ ਵੀ ਡਿੱਠਾ। ਜਦੋਂ ਦਾ ਸਿੱਖ ਕਾਇਮ ਹੋਇਆ, ਜਦੋਂ ਦਾ ਇਹ ਸਿੱਖ ਸਜਿਆ, ਜਦੋਂ ਦਾ ਸਿੱਖ ਬਣਾਇਆ ਗਿਆ, ਇਸ ਨੂੰ ਆਈਡੈਂਟੀਟੀ ਕ੍ਰਾਈਸਿਸ ਰਹੇਗਾ ਹੀ ਰਹੇਗਾ। ਇਸ ਦੀ ਐਂਟੀਟੀ ਨੂੰ ਖ਼ਤਮ ਕਰਨ ਲਈ, ਇਸ ਦੀ ਐਂਟੀਟੀ ਨੂੰ ਜਦੋਂ ਖ਼ਤਮ ਕਰਨਾ ਚਾਹੁੰਦੀ ਹੈ ਕੋਈ ਵੀ ਸਮੇਂ ਦੀ ਸਰਕਾਰ ਜਾਂ ਕੋਈ ਵੀ ਵਕਤੀ ਹਾਲਾਤ, ਤਾਂ ਉਹ ਇਸ ਦੀ ਫਿਲਾਸਫੀ 'ਤੇ ਅਟੈਕ ਨਹੀਂ ਕਰ ਸਕਦੇ, ਉਹ ਇਸ ਦੀ ਆਈਡੈਂਟੀਟੀ 'ਤੇ ਅਟੈਕ ਕਰਨਗੇ। ਜੇ ਅੱਜ ਕਿਸੇ ਨੇ ਅਮਰੀਕਾ ਦੀ ਨਿਰਾਦਰੀ ਕਰਨੀ ਹੈ, ਜੇ ਕਿਸੇ ਨੇ ਹਿੰਦੁਸਤਾਨ ਦੀ ਨਿਰਾਦਰੀ ਕਰਨੀ ਹੈ, ਤਾਂ ਉਸਦੇ ਲਈ ਇੱਕੋ ਤਰੀਕਾ ਹੈ, ਹਿੰਦੁਸਤਾਨ ਦੇ ਚਿੰਨ੍ਹਾਂ ਦੇ ਉੱਤੇ ਅਟੈਕ ਕਰੇਗਾ, ਉਹਦੇ ਸਿੰਬਲਸ ਦੇ ਉੱਤੇ ਅਟੈਕ ਕਰੇਗਾ। ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਅਟੈਕ ਕਰਨਾ ਹੈ, ਉਸ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਸਰੀਰ 'ਤੇ ਅਟੈਕ ਹੁੰਦਾ ਸੀ। ਗੁਰੂ ਅਰਜਨ ਦੇਵ ਜੀ ਦੇ ਸਰੀਰ 'ਤੇ ਅਟੈਕ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ 'ਤੇ ਅਟੈਕ ਹੋਇਆ। ਪਰ ਜੇ ਉਹਨਾਂ ਤੋਂ ਬਾਅਦ ਕਿਸੇ ਨੇ ਉਹਨਾਂ ਦੀ ਫਿਲਾਸਫੀ 'ਤੇ ਅਟੈਕ ਕਰਨਾ ਹੈ, ਤੇ ਇਸ ਫਿਲਾਸਫੀ ਦੇ ਚਿੰਨ੍ਹਾਂ ਦੇ ਉੱਤੇ ਅਟੈਕ ਕਰੇਗਾ। ਕੇਸ ਸਿੱਖੀ ਨਹੀਂ ਹੈ, ਸਿੱਖੀ ਦੇ ਚਿੰਨ੍ਹ ਹਨ। ਸੋ ਇਹਨਾਂ ਚਿੰਨ੍ਹਾਂ ਦੇ ਉੱਤੇ ਪਹਿਲਾ ਅਟੈਕ ਹੋਏਗਾ। ਜੇ ਜਿਸ ਨੂੰ ਜਿਤਨੀ ਜ਼ਿਆਦਾ ਪਕੜ ਇਹਨਾਂ ਚਿੰਨ੍ਹਾਂ ਦੇ ਨਾਲ ਹੋਏਗੀ, ਉਹ ਦਰਸਾਏਗੀ ਦੇ ਅੰਦਰ ਸਿੱਖੀ ਕਿੰਨੀ ਕੁ ਹੈਗੀ। ਮੈਨੂੰ ਯਾਦ ਆਉਂਦਾ ਹੈ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਗਿਆਨੀ ਜੀ ਮੈਂ ਤੇ ਬਸ ਮਰਦਾ ਮਰਦਾ ਬਚਿਆ। ਉਹ ਕਹਿਣ ਲੱਗੇ ਫਿਰ ਦੇਖੀ ਬਚਦਾ ਬਚਦਾ ਨਾ ਮਾਰਿਆ ਜਾਏ। ਭਾਈ ਤਾਰੂ ਸਿੰਘ ਨੂੰ ਵੀ ਇਹੀ ਕਿਹਾ ਸੀ ਕਿ ਤੇਰਾ ਅਗਰ ਜੇ ਤੂੰ ਕੇਸ ਨਹੀਂ ਕਟਾਏਗਾ ਤੈਨੂੰ ਮਾਰ ਦਿਆਂਗੇ। ਤਾਂ ਜਿਹੜਾ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਭਾਈ ਤਾਰੂ ਸਿੰਘ ਕਹਿਣ ਲੱਗੇ ਕਿ ਮੌਲਵੀ ਸਾਹਿਬ ਜੇ ਮੈਂ ਕੇਸ ਨਹੀਂ ਕਟਾਵਾਂਗਾ ਤਾਂ ਕੀ ਕਰੋਗੇ? ਕਹਿੰਦੇ ਤੈਨੂੰ ਮਾਰ ਦਾਂਗੇ। ਕਹਿਣ ਲੱਗੇ ਜੇ ਮੈਂ ਕੇਸ ਕਟਾ ਲਵਾਂਗਾ ਫਿਰ ਮੈਨੂੰ ਮੌਤ ਤੋਂ ਬਚਾ ਦੋਗੇ। ਗੁਰੂ ਨਾਨਕ ਸਾਹਿਬ ਨੇ ਤਾਂ ਇਹ ਸਪਸ਼ਟ ਕਿਹਾ ਹੈ ਕਿ ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ। ਇਹ ਜਿਹੜਾ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ ਜ਼ੋਰ ਨਹੀਂ ਹੈ। ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਸੰਬਤ ਸਾਹਾ ਲਿਖਿਆ। ਜਦੋਂ ਇਹ ਸਾਰੀ ਚੀਜ਼ ਮੁਕਰਰ ਹੈ ਤਾਂ ਫਿਰ ਇਹ ਕੇਵਲ ਬਹਾਨਾ ਹੈ, ਇੱਕ ਬੇਈਮਾਨੀ ਹੈ, ਇੱਕ ਅੰਦਰੋਂ ਜਿਹੜੀ ਹੈ ਬੰਦੇ ਦੀ ਕਮਜ਼ੋਰੀ ਹੈ ਜਿਹੜੀ ਕਿ ਉਹ ਇਹ ਗੱਲ ਕਰਦਾ ਹੈ। ਉਸ ਨੂੰ ਸਿੱਖੀ ਨਾਲ ਕੋਈ ਲਗਾਵ ਨਹੀਂ ਹੈ। ਜੇ ਅਗਰ ਉਸ ਦੇ ਅੰਦਰ ਸਿੱਖੀ ਹੋਏਗੀ, ਜਿਨ੍ਹਾਂ ਨੇ ਇਹਦੀ ਖਾਤਰ ਕੁਰਬਾਨੀਆਂ ਕੀਤੀਆਂ, ਉਹਦਾ ਨਾਮ ਅਰਦਾਸ ਵਿੱਚ ਅਸੀਂ ਰੋਜ਼ ਲੈਂਦੇ ਹਾਂ। ਇਤਿਹਾਸ ਦੀ ਸਿਰਜਣਾ ਉਸੇ ਨਾਲ ਬਣਦੀ ਹੈ, ਇਤਿਹਾਸ ਦੀ ਉਸੇ ਨਾਲ ਹੀ ਸਾਰੀ ਸਿਰਜਣਾ ਹੁੰਦੀ ਹੈ। ਸੋ ਜਿਸ ਦਿਨ ਅਗਰ ਇਹਨਾਂ ਚਿੰਨ੍ਹਾਂ ਨੂੰ ਵੀ ਨਹੀਂ ਰੱਖ ਸਕੇ ਤਾਂ ਅੰਦਰਲੀ ਸਿੱਖੀ ਉਹ ਕਿਹੜੀ ਰਹਿ ਜਾਏਗੀ। ਇਸ ਕਰਕੇ ਜੇ ਅੱਜ ਉਹ ਲੋਕ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾ ਰਹੇ ਹਨ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਿਲਾਸਫੀ, ਉਹਨਾਂ ਦਾ ਹੁਕਮ ਸਪਸ਼ਟ ਹੈ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੱਕ ਬੇਨਤੀ ਕੀਤੀ, ਆਵੋ ਭੈਣੇ ਗਲ ਮਿਲੋ ਅੰਕ ਸਹੇਲੜੀਆਂ, ਮਿਲ ਕੇ ਕਰੋ ਕਹਾਣੀਆਂ ਸਮਰੱਥ ਕੰਤ ਕੀਆਂ। ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੇਨਤੀ ਨਹੀਂ, ਉਹਨਾਂ ਨੇ ਹੁਕਮ ਕੀਤੇ। ਉਹਨਾਂ ਦੇ ਹੁਕਮ ਹੈ, ਇਹ ਹੈ ਮੋਰ ਆਗਿਆ ਸੁਨੋ ਤੁਮ ਪਿਆਰੇ, ਬਿਨਾ ਸ਼ਸਤਰ ਕੇ ਸੰਗ ਨ ਦੇਵੋ ਦਿਦਾਰੇ। ਇਹ ਹੁਕਮ ਹੈ। ਹੁਣ ਸਿੱਖ ਦਾ ਅਰਥ ਹੈ ਫਾਲੋਅਰ, ਤੇ ਜੇ ਫਾਲੋਅਰ ਦਾ ਮਤਲਬ ਹੈ ਜਿਹੜਾ ਫਾਲੋ ਕਰੇ। ਜਿਹੜਾ ਹੁਣ ਫਾਲੋ ਨਹੀਂ ਕਰਨਾ ਚਾਹੁੰਦਾ ਔਰ ਉਹ ਚਾਹੁੰਦਾ ਹੈ ਕਿ ਉਸਨੂੰ ਫਾਲੋਅਰ ਵੀ ਆਖਿਆ ਜਾਏ, ਤਾਂ ਉਹਦੇ ਲਈ ਤਾਂ ਇੱਕੋ ਇੱਕ ਤਰੀਕਾ ਰਹਿ ਗਿਆ। ਇਹ ਸਾਰੇ ਬੰਦੇ ਕੋਸ਼ਿਸ਼ ਕਰੋ, ਆਕਸਫੋਰਡ ਹੈ ਜਾਂ ਹੋਰ ਜਿੰਨੀਆਂ ਡਿਕਸ਼ਨਰੀਜ਼ ਹੈ, ਇਹਨਾਂ ਨੂੰ ਅਪਰੋਚ ਕਰੋ ਕਿ ਡਿਕਸ਼ਨਰੀ 'ਚ ਲਿਖ ਦਿਓ ਜਿਹੜਾ ਫਾਲੋ ਨਹੀਂ ਕਰਦਾ ਉਹਨੂੰ ਵੀ ਫਾਲੋਅਰ ਕਿਹਾ ਜਾਏਗਾ, ਤਾਂ ਉਹ ਫਾਲੋਅਰ ਹੋ ਸਕਦਾ, ਨਹੀਂ ਤਾਂ ਅਦਰਵਾਈਜ਼ ਤੇ ਜਿਹੜਾ ਫਾਲੋ ਨਹੀਂ ਕਰੇ ਉਹ ਫਾਲੋਅਰ ਨਹੀਂ ਅਖਵਾ ਸਕਦਾ। ਸੋ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੀ ਨਹੀਂ, ਗੁਰੂ ਨੇ ਤਾਂ ਹੁਕਮ ਕਰ ਦਿੱਤਾ, ਇਹ ਹੈ ਮੋਰ ਆਗਿਆ ਸੁਨੋ ਤੁਮ ਪਿਆਰੇ, ਬਿਨਾ ਸ਼ਸਤਰ ਕੇ ਸੰਗ ਨ ਦੇਵੋ ਦਿਦਾਰੇ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ। ਸ਼ਸਤਰਾਂ ਔਰ ਕੇਸਾਂ ਦੇ ਬਿਨਾ ਬੰਦਾ ਇਦਾਂ ਹੀ ਹੈ ਜਿੱਦਾਂ ਮੁੰਨੀ ਹੋਈ ਭੇਡ ਹੈ। ਤੇ ਜਦੋਂ ਭੇਡ ਮੁੰਨ ਦਿੱਤੀ ਜਾਏ ਫਿਰ ਉਹਦੇ ਕੰਨ ਪਕੜ ਕੇ ਉਹਨੂੰ ਬੁੱਚੜਖਾਨੇ ਲਿਜਾਇਆ ਜਾਂਦਾ, ਕਸਾਈ ਉਹਨੂੰ ਲੈ ਜਾਂਦਾ। ਸੋ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹੇ ਕੰਨ ਤਾਕੋ ਕਿਤੇ ਲੈ ਸਿਧਾਨੋ। ਤਾਂ ਇਹ ਤਾਂ ਜਦੋਂ ਹੁਕਮ ਉਸ ਦਾ ਸਪਸ਼ਟ ਹੋ ਗਿਆ, ਜੇ ਉਸ ਹੁਕਮ ਨੂੰ ਮੰਨਣਾ ਨਹੀਂ ਤਾਂ ਉਹ ਸਿੱਖ ਕਿੱਥੋਂ ਤੱਕ ਅਖਵਾ ਸਕਦਾ ਹੈ? ਕਿਸ ਦੀ ਪਛਾਣ ਨੂੰ ਖਤਰਾ ਹੈ? ਸਿੱਖ ਦੀ ਪਛਾਣ ਨੂੰ ਕਿ ਜਿਹੜਾ ਫੋਲੋ ਨਹੀਂ ਕਰ ਰਿਹਾ ਉਹਦੀ ਪਛਾਣ ਨੂੰ ਖਤਰਾ ਹੈ? ਪਹਿਲਾ ਸਵਾਲ ਤਾਂ ਇਹ ਹੋਏਗਾ, ਜਿਹੜਾ ਆਪਣੇ ਆਪ ਨੂੰ ਸਿੱਖੀ ਤੋਂ ਤਿਲਾਂਜਲੀ ਦੇ ਬੈਠਾ, ਜਿਹੜਾ ਸਿੱਖ ਰਹਿਣਾ ਹੀ ਨਹੀਂ ਚਾਹੁੰਦਾ, ਉਹਦੇ ਖਤਰੇ ਦੀ ਗੱਲ ਹੈ ਕਿ ਜਿਹੜਾ ਸਿੱਖ ਹੈ ਉਸ ਦੀ ਹੋਂਦ ਨੂੰ ਖਤਰਾ ਹੈ। ਤੇ ਇਹ ਜਿਹੜੀ ਸਾਰਾ ਮਸਲਾ ਹੈ, ਸਭ ਤੋਂ ਪਹਿਲੀ ਲੋੜ ਤਾਂ ਹੈ ਕਿ ਉਹਨੂੰ
ਆਪਣੇ ਆਪ ਵਿੱਚ ਪ੍ਰਾਈਡ ਹੋਣੀ ਚਾਹੀਦੀ ਹੈ, ਉਹਨੂੰ ਕਦੀ ਅਹਿਸਾਸੇ ਕਮਤਰੀ ਨਹੀਂ ਹੋਣੀ ਚਾਹੀਦੀ, ਉਹਨੂੰ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੋਣਾ ਚਾਹੀਦਾ। ਇਹ ਕੋਈ ਖਾਲੀ ਮਿਨੋਰਿਟੀ ਵਿੱਚ ਨਹੀਂ ਹੈ, ਉਹ ਇੱਕ ਆਰਟ ਪੀਸ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਿਆਰ ਕੀਤਾ ਹੈ। ਇਸ ਵਿੱਚ ਉਹਨਾਂ ਦੀ ਬਖਸ਼ਿਸ਼ ਹੈ, ਇਸ ਵਿੱਚ ਉਹਨਾਂ ਦੀ ਜੋਤ ਹੈ, ਇਸ ਵਿੱਚ ਉਹਨਾਂ ਦੀਆਂ ਸਾਰੀਆਂ ਰਹਿਮਤਾਂ ਸੰਜੋਈਆਂ ਹੋਈਆਂ ਹਨ। ਜਦੋਂ ਉਹ ਇਸ ਚੀਜ਼ ਵੱਲ ਹੋ ਜਾਏਗਾ, ਜਦੋਂ ਆਪਣਾ ਆਪ ਗੁਰੂ ਦੇ ਸਮਰਪਿਤ ਕਰਦਾ ਹੈ, ਫਿਰ ਉਸ ਦੀ ਰਾਖੀ ਵੀ ਗੁਰੂ ਦੇ ਜ਼ਿੰਮੇ ਹੋ ਜਾਂਦੀ ਹੈ। ਅਗਰ ਜੇ ਉਹ ਗਿਣਤੀ ਜਿਹੜੀ ਅੱਜ ਸਿੱਖੀ ਸਰੂਪ ਨੂੰ ਤਲਾਂਜਲੀ ਦੇ ਬੈਠੀ ਹੈ, ਜੇ ਕਿਧਰੇ ਉਹ ਇਤਨੀ ਗਿਣਤੀ ਵਿੱਚ ਹੁੰਦੇ, ਕੀ ਫਿਰ ਆਪੇ ਹੀ ਜਵਾਬ ਮਿਲ ਜਾਏਗਾ ਕਿ ਵਾਕਈ ਖਤਰਾ ਸੀ। ਖਤਰਾ ਉਦੋਂ ਹੀ ਹੋਏਗਾ ਜਦੋਂ ਆਪਣਾ ਰੂਪ ਬਦਲਣਾ ਚਾਹੁੰਦਾ ਹੈ, ਜਦੋਂ ਛੁਪਣਾ ਚਾਹੁੰਦਾ ਹੈ, ਜਦੋਂ ਓਲੇ ਹੋਣਾ ਚਾਹੁੰਦਾ ਹੈ, ਮਗਰ ਉਹ ਇਸ ਦੇ ਵਿੱਚ ਹੋ ਨਹੀਂ ਸਕੇਗਾ। This is the ICS network and you watching Indian culture show Sur Sangeet. ਸੋ ਜਿਹੜਾ ਸਹੀ ਸਿੱਖ ਹੈ, ਸਿੱਖ ਹੀ ਤਾਂ ਹੈ ਹੀ ਖਤਰੇ ਵਾਲੀ ਹੈ, ਉਸ ਦੀ ਸੋਚ ਨੂੰ ਖਤਰਾ ਰਹੇਗਾ। ਮਾਸਟਰ ਤਾਰਾ ਸਿੰਘ ਜੀ ਨੂੰ ਇੱਕ ਵਾਰ ਟੋੜਾ ਸਾਹਿਬ ਨੇ ਪੁੱਛਿਆ ਸੀ, ਤੁਸੀਂ ਹਰ ਵੇਲੇ ਕਹਿੰਦੇ ਹੋ ਕੌਮ ਨੂੰ ਖਤਰਾ ਹੈ, ਪੰਥ ਨੂੰ ਖਤਰਾ ਹੈ, ਕੀ ਕਦੇ ਪੰਥ ਤੋਂ ਖਤਰਾ ਟਲੇਗਾ? ਮਾਸਟਰ ਜੀ ਨੇ ਕਿਹਾ ਸੀ ਕਦੀ ਨਹੀਂ ਟਲੇਗਾ। ਹਰ ਕੀਮਤੀ ਚੀਜ਼ ਨੂੰ ਖਤਰਾ ਹੈ, ਸੁਹੱਪਣ ਨੂੰ, ਇੱਜ਼ਤ ਨੂੰ, ਪੈਸੇ ਨੂੰ, ਕੀਮਤੀ ਚੀਜ਼ਾਂ ਨੂੰ, ਹੀਰੇ ਜਵਾਹਰਾਤ ਨੂੰ ਖਤਰਾ ਹੈ। ਇਹਨਾਂ ਦੀ ਸੰਭਾਲ ਕਰਨੀ ਪਏਗੀ, ਪਰ ਸੜਕ ਦੇ ਕਿਨਾਰੇ ਪਏ ਰੋੜੇ ਪੱਥਰਾਂ ਨੂੰ ਕੋਈ ਖਤਰਾ ਨਹੀਂ ਹੈ। ਇਹਨਾਂ ਨੂੰ ਕੋਈ, ਜਿਸ ਦਿਨ ਪੰਥ ਤੋਂ ਖਤਰਾ ਖਤਮ ਹੋ ਗਿਆ, ਉਦੋਂ ਸਮਝ ਲੈਣਾ ਇਹ ਪੰਥ ਹੀ ਨਹੀਂ ਰਿਹਾ। ਸੋ ਇਹ ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੰਥ ਹੈ, ਜਿਹੜਾ ਖੇਡਿਆ ਹੀ ਖਤਰੇ ਵਿੱਚ ਹੈ, ਔਰ ਖਤਰੇ ਦੇ ਵਿੱਚ ਹੀ ਵੱਡਾ ਹੁੰਦਾ ਹੈ, ਖਤਰੇ ਦੇ ਵਿੱਚ ਹੀ ਇੱਕ ਨਿਖਰਦਾ ਹੈ। ਤਾਂ ਹੀ ਕਰਕੇ ਤੇ ਕਿਹਾ, ਮੰਨੂ ਆ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਇਹ ਕੌਮ ਆਰਾਮ ਤਲਬੀ ਦੇ ਵਿੱਚ ਆ ਕੇ ਜ਼ਰੂਰ ਇਸ ਨੂੰ ਖਤਰਾ ਹੋ ਜਾਂਦਾ ਹੈ, ਉਸ ਵੇਲੇ ਹੈ, ਪਰ ਜਦੋਂ ਇਹ ਨਿਖਰਦੀ ਹੈ, ਉਸ ਵੇਲੇ ਜਦੋਂ ਇਸ ਨੂੰ ਕੀਮਤ ਦੇਣੀ ਪੈਂਦੀ, ਔਰ ਹਰ ਚੰਗੀ ਚੀਜ਼ ਨੂੰ ਕੀਮਤ ਦੇਣੀ ਪੈਂਦੀ। ਰਾਮਾ ਸਾਹਿਬ, ਬਹੁਤ ਖੁਸ਼ੀ ਹੋਈ ਔਰ ਤੁਸੀਂ ਕੀਮਤੀ ਸਮਾਂ ਸਾਡੇ ਲਈ ਕੱਢਿਆ ਦਰਸ਼ਕਾਂ ਲਈ, ਔਰ ਇਸ ਉਮੀਦ ਦੇ ਨਾਲ ਹੀ ਕਿ ਜਿਸ ਇੱਕ ਉਸ ਮਕਸਦ ਨੂੰ ਲੈ ਕੇ ਤੁਸੀਂ ਆਪਣੀ ਮੈਗਜ਼ੀਨ ਨੂੰ ਚਲਾ ਰਹੇ ਹੋ, ਪਰਮਾਤਮਾ ਕਰੇ, ਵਾਹਿਗੁਰੂ ਕਰੇ ਕਿ ਤੁਹਾਨੂੰ ਉਸ ਦੇ ਵਿੱਚ ਹੋਰ ਹਿੰਮਤ ਬਖਸ਼ੇ। ਮੈਂ ਇੱਕ ਹੋਰ ਤੁਹਾਨੂੰ ਇਸ ਦੇ ਬਾਰੇ, ਤੁਸੀਂ ਖਤਰੇ ਦੀ ਗੱਲ ਕਰ ਰਹੇ ਸੀ, ਇਸ ਤੋਂ ਵੱਡਾ ਖਤਰਾ ਜਿਹੜਾ ਮੈਂ ਮਹਿਸੂਸ ਕਰ ਰਿਹਾ, ਇਸਲਾਮ ਦੀ ਫਿਲਾਸਫੀ 'ਚ ਇੱਕ ਬਹੁਤ ਸ਼ਾਨਦਾਰ ਇੱਕ ਉਦਾਹਰਣ ਆਂਦੀ ਹੈ, ਸ਼ੈਤਾਨ ਦਾ ਜ਼ਿਕਰ ਆਂਦਾ। ਫਰਿਸ਼ਤੇ ਔਰ ਸ਼ੈਤਾਨ ਦੋ ਚੀਜ਼ਾਂ ਦਾ ਜ਼ਿਕਰ ਆਂਦਾ। ਤਾਂ ਸ਼ੈਤਾਨ ਦੇ ਕਨਸੈਪਟ ਵਿੱਚ ਹੈ ਕਿ ਰੱਬ ਨੇ ਸ਼ੈਤਾਨ ਬਣਾਇਆ, ਉਹ ਵੀ ਉਸ ਦੀ ਸਿਰਜਣਾ ਸੀ, ਔਰ ਸ਼ੈਤਾਨ ਬੜਾ ਫਰਮਾਬਰਦਾਰ ਸੀ। ਸ਼ੈਤਾਨ ਨੇ ਰੱਬ ਦੀ ਬੜੀ ਖਿਦਮਤ ਕੀਤੀ। ਜਦੋਂ ਸਦੀਆਂ ਬੀਤ ਗਈਆਂ, ਫਿਰ ਰੱਬ ਨੇ ਅਸ਼ਰਫੁਲ ਮਖਲੂਕਾਤ, ਰੱਬ ਨੇ ਇਨਸਾਨ ਦੀ ਸਿਰਜਣਾ ਕੀਤੀ। ਜਦੋਂ ਇਨਸਾਨ ਸਿਰਜਿਆ ਤਾਂ ਉਸਨੇ ਸ਼ੈਤਾਨ ਨੂੰ ਕਿਹਾ ਕਿ ਇਸ ਇਨਸਾਨ ਨੂੰ ਮੱਥਾ ਟੇਕ। ਤਾਂ ਸ਼ੈਤਾਨ ਆਕੜ ਗਿਆ ਕਿ ਮੈਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਮੈਂ ਇਸ ਨਾਚੀਜ਼ ਨੂੰ, ਇਸ ਬੰਦੇ ਨੂੰ, ਇਸ ਇਨਸਾਨ ਨੂੰ ਮੈਂ ਮੱਥਾ ਟੇਕ ਦੇਵਾਂ। ਤਾਂ ਉਸਨੇ ਇਨਕਾਰ ਕਰ ਦਿੱਤਾ, ਮੁਨਕਰ ਹੋ ਗਿਆ। ਰੱਬ ਨੇ ਸ਼ੈਤਾਨ ਨੂੰ ਧਰਤੀ ਦੇ ਉੱਤੇ ਸੁੱਟ ਦਿੱਤਾ। ਜਦੋਂ ਧਰਤੀ ਦੇ ਉੱਤੇ ਡਿੱਗਾ, ਹੁਣ ਸ਼ੈਤਾਨ ਧਾਰਮਿਕ ਵਿਅਕਤੀ ਦਾ ਲਬਾਦਾ ਪਾ ਕੇ, ਧਾਰਮਿਕ ਵਿਅਕਤੀ ਦਾ ਕਲੋਕ ਪਾ ਕੇ, ਕਿਉਂਕਿ ਧਰਮ ਇੱਕ ਐਸਾ ਲਬਾਦਾ ਹੈ, ਇੱਕ ਐਸਾ ਕਵਚ ਹੈ, ਧਰਮ ਇੱਕ ਕਵਚ ਹੈ ਜਿਹੜਾ ਹਰ ਆਦੀ ਬਿਆਦੀ ਉਪਾਦੀ ਤੋਂ ਬਚਾਉਂਦਾ ਹੈ। ਧਰਮ ਇੱਕ ਆਰਮਰ ਹੈ, ਇਹ ਹਰ ਮੁਸੀਬਤ ਤੋਂ ਬਚਾਏਗਾ। ਪਰ ਜਦੋਂ ਇਸ ਨੂੰ ਕਦੀ ਇੱਕ ਲਬਾਦੇ ਦੀ ਤੌਰ ਤੇ ਉੜਿਆ ਜਾਏਗਾ, ਪਖੰਡ ਦੇ ਤੌਰ ਤੇ, ਇਸ ਤੋਂ ਖਤਰਨਾਕ ਚੀਜ਼ ਕੋਈ ਨਹੀਂ ਹੋ ਸਕਦੀ। ਵਿਗੜਿਆ ਹੋਇਆ ਧਰਮ ਬਹੁਤ ਖਰਾਬ ਕਰਦਾ ਹੈ। ਸੋ ਉਹ ਸ਼ੈਤਾਨ ਜੋ ਹੈ, ਉਸ ਦੇ ਬਾਰੇ ਕਿਹਾ ਗਿਆ ਕਿ ਉਹ ਹੁਣ ਉਹ ਧਰਮ ਦਾ ਲਬਾਦਾ ਪਾ ਕੇ ਉਹ ਕੁਰਾਨ ਦੀਆਂ ਆਇਤਾਂ ਪੜ੍ਹਦਾ, ਲੋਕਾਂ ਨੂੰ ਗੁੰਮਰਾਹ ਕਰਦਾ। ਤੇ ਉਹਨਾਂ ਨੇ ਇੱਕ ਜ਼ੌਕ ਨੇ ਬਹੁਤ ਸੋਹਣਾ ਲਿਖਿਆ, ਕਹਿੰਦਾ, ਗਿਆ ਸ਼ੈਤਾਨ ਮਾਰਾ ਏਕ ਸਜਦੇ ਕੇ ਨਾ ਕਰਨੇ ਸੀ। ਕੇਵਲ ਲੱਖਾਂ ਉਮਰ, ਲੱਖਾਂ ਸਾਲ ਉਸਨੇ ਰੱਬ ਦੀ ਉਸਤਤ ਕੀਤੀ, ਰੱਬ ਦੀ ਸਿਫਤ ਕੀਤੀ, ਰੱਬ ਦੀ ਹੁਕਮ ਵਿੱਚ ਰਿਹਾ, ਮਗਰ ਜਦੋਂ ਉਸਨੇ ਉਸਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਬਾਰੇ ਕਿਹਾ, ਗਿਆ ਸ਼ੈਤਾਨ ਮਾਰਾ ਏਕ ਸਜਦੇ ਕੇ ਨਾ ਕਰਨੇ ਸੇ, ਅਗਰ लाखों बरस सजदे में सर मारा तो क्या मारा, ना मारा नफ्से अम्मारा को पारे को है अक्सीर गर मारा तो क्या मारा। ਜੇਕਰ ਪਾਰੇ ਨੂੰ ਰਗੜਨਾ ਹੋਏ ਤਾਂ 1 ਲੱਖ ਵਾਰੀ ਖਰਲ 'ਚ ਮਸਲਣਾ ਪੈਂਦਾ ਹੈ, ਤੇ ਜੇ ਪਾਰਾ ਮਾਰ ਲਿਆ ਪਰ ਜੇ ਅੰਦਰੋਂ ਨਾਸਤਕਤਾ ਨਹੀਂ ਗਈ, ਜੇ ਨਫਸ ਨਹੀਂ ਗਈ, ਤਾਂ ਉਸ ਪਾਰੇ ਨੂੰ ਮਾਰ ਕੇ ਕੀ ਕੀਤਾ। ਸਿਮਿਲਰਲੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੱਥਾ ਟੇਕਣਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਨਮਸਕਾਰ ਕਰਨੀ ਹੈ। जिस दर पे झुके सर ना उसे दर नहीं कहते, जो हर जा पे झुक जाए उसे सर नहीं कहते।
ਸਿਰ ਇੱਕ ਹੁੰਦਾ ਹੈ। ਰੱਬ ਨੇ ਸਿਰ ਜੋ ਹੈ ਉੱਤੇ ਲਾਇਆ ਔਰ ਸਿਰ ਬੁਲੰਦ ਹੈ। ਹਰ ਜਾਨਵਰ ਦਾ ਸਿਰ ਥੱਲੇ ਝੁਕਿਆ ਹੋਇਆ, ਇਨਸਾਨ ਦਾ ਸਿਰ ਬੁਲੰਦ ਹੈ। ਗੁਰੂ ਨਾਨਕ ਸਾਹਿਬ ਜਿਸ ਵੇਲੇ ਸੁਲਤਾਨਪੁਰ ਲੋਧੀ ਗਏ ਸੀ ਤਾਂ ਉਹਨਾਂ ਨੇ ਸਲਾਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਤਾਂ ਉੱਥੇ ਦੇ ਵਜ਼ੀਰ ਨੇ ਕਿਹਾ ਸੀ ਨਾਨਕ ਸਲਾਮ ਕਰ ਸੁਲਤਾਨ ਨੂੰ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਆਤਮਾ ਬੂਤ ਸਲਾਮੀ ਕਰਦ। ਜਿਸ ਬੰਦੇ 'ਚ ਤਮਾ ਹੋਏਗੀ, ਲਾਲਚ ਹੋਏਗੀ, ਉਸ ਦਾ ਸਿਰ ਝੁਕੇਗਾ, ਪਰ ਜਿਸ ਬੰਦੇ 'ਚ ਤਮਾ ਨਹੀਂ ਹੋਏਗੀ ਉਸ ਦੀ ਗਰਦਨ ਬੁਲੰਦ ਰਹੇਗੀ। ਉਹਨਾਂ ਨੇ ਕਿਹਾ ਆਤਮਾ ਬੂਤ ਸਲਾਮੀ ਕਰਦ ਗਰਦਨ ਬੇਤਮਾ ਬੁਲੰਦ ਬੁਵਦ। ਜਿਸ ਆਦਮੀ 'ਚ ਤਮਾ ਨਹੀਂ ਹੈ ਉਹਦੀ ਗਰਦਨ ਬੁਲੰਦ ਰਹੇਗੀ। ਰੱਬ ਨੇ ਇਨਸਾਨ ਦਾ ਸਿਰ ਉੱਤੇ ਲਾਇਆ, ਪੇਟ ਥੱਲੇ ਲਾਇਆ, ਪਰ ਜੇ ਇਨਸਾਨ ਨੇ ਇਸ ਸਿਰ ਦੀ ਬੁਲੰਦੀ ਨੂੰ ਕਾਇਮ ਰੱਖਣਾ, ਇਹੀ ਇਨਸਾਨੀਅਤ ਹੈ। ਜਦੋਂ ਮਿਲ ਕੇ ਆਇਆ ਉੱਥੇ ਮੈਂ ਨਾਂ ਭੁੱਲ ਰਿਹਾ ਹਾਂ, ਜਦੋਂ ਜੰਗਲ ਦੇ ਵਿੱਚ ਮਹਾਰਾਣਾ ਪ੍ਰਤਾਪ ਨੂੰ, ਤਾਂ ਉਸਨੇ ਆਪਣੀ ਦਸਤਾਰ ਉਸ ਦੇ ਸਿਰ ਦੇ ਉੱਤੇ ਰੱਖ ਦਿੱਤੀ। ਤਾਂ ਜਦੋਂ ਅਕਬਰ ਦੇ ਦਰਬਾਰ ਵਿੱਚ ਆਇਆ ਤਾਂ ਆਕੜ ਕੇ ਖੜਾ ਸੀ। ਵਜ਼ੀਰ ਨੇ ਕਿਹਾ ਤੂੰ ਝੁੱਕ ਕਿਉਂ ਨਹੀਂ ਰਿਹਾ? ਤਾਂ ਉਹਨੇ ਆਪਣੀ ਪਗੜੀ ਵੱਲ ਜਿਹੜੀ ਉਹਦੀ ਮਹਾਰਾਣਾ ਪ੍ਰਤਾਪ ਦੀ ਪਗੜੀ ਸੀ ਉਸ ਵੱਲ ਇਸ਼ਾਰਾ ਕਰਕੇ ਕਿਹਾ ਕਿ ਮੈਂ ਤਾਂ ਝੁਕਦਾ ਹਾਂ, ਇਹ ਨਹੀਂ ਝੁਕ ਰਹੀ। ਸੋ ਜਿਹੜਾ ਵਿਅਕਤੀ, ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ, ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਪਾਣੀ ਪੈਂਦੀ ਹੈ। ਇਹ ਦਸਤਾਰ ਗੁਰੂ ਨਾਨਕ ਸਾਹਿਬ ਦੀ ਦਸਤਾਰ ਹੈ, ਇਹ ਦਸਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਸਤਾਰ ਹੈ। ਔਰੰਗਜ਼ੇਬ ਨੇ ਇੱਕ ਹੁਕਮ ਜਾਰੀ ਕੀਤਾ ਸੀ ਜਿਹੜਾ ਉਸ ਦੀ ਡਾਇਰੀ ਵਿੱਚ ਹੈ। ਉਸ ਦੇ ਅਫਸਰ ਮੁਕਰਰ ਕੀਤੇ ਸਨ ਜਿਹੜੇ ਕਿ ਬਾਜ਼ਾਰਾਂ ਦੇ ਵਿੱਚ ਘੁੰਮਦੇ ਸਨ, ਦਾੜੀਆਂ ਲੋਕਾਂ ਦੀਆਂ ਫੜ ਕੇ ਮੁੱਠ ਤੋਂ ਥੱਲੇ ਜਿਹੜੀ ਦਾੜੀ ਸੀ ਉਸ ਨੂੰ ਕਤਰ ਦਿੰਦੇ ਸਨ। ਅੱਜ ਔਰੰਗਜ਼ੇਬ ਨਹੀਂ ਹੈ, ਅੱਜ ਔਰੰਗਜ਼ੇਬ ਦੇ ਅਫਸਰ ਨਹੀਂ ਹਨ, ਪਰ ਜੇ ਕਿਸੇ ਸਿੱਖ ਦਾ ਉਸ ਦੀ ਦਾੜੀ ਦੇ ਉੱਤੇ ਅਗਰ ਕੈਂਚੀ ਹੈ, ਇਹ ਹੱਥ ਕਿਸ ਦੇ ਉੱਤੇ ਹੈ? ਇਹ ਅਟੈਕ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹੈ। ਜੇ ਅਗਰ ਸਿੱਖ ਦਸਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਕਿਸੇ ਹੋਰ ਦੇ ਅੱਗੇ ਝੁਕਾ ਰਿਹਾ ਹੈ, ਉਹ ਸ਼ੈਤਾਨ ਤੋਂ ਵੀ ਮਾੜਾ ਕੰਮ ਹੈ। ਉਸ ਦਾ ਭਾਵੇਂ ਲੱਖਾਂ ਵਾਰੀ ਸਿਜਦੇ 'ਚ ਸਿਰ ਮਾਰੇ, ਉਸ ਦਾ ਕੀ ਫਾਇਦਾ ਹੈ? ਸੋ ਇਹੀ ਬੇਨਤੀ ਹੈ, ਇਹੀ ਗੁਜ਼ਾਰਿਸ਼ ਹੈ, ਇਹੀ ਇੱਛਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਉਸ ਰੋਸ਼ਨੀ ਦੇ ਵਿੱਚ ਕੇਵਲ ਇੱਕ ਪਰਮਾਤਮਾ, ਸਾਰਿਆਂ ਦੇ ਵਿੱਚ ਉਸ ਦੀ ਜੋਤ ਹੈ। ਜਿੱਥੇ ਵੀ ਅਸੀਂ ਰਹੀਏ, ਇਹ ਸਾਰੀ ਕੁਦਰਤ ਉਸ ਕਾਦਰ ਦੀ ਕੁਦਰਤ ਹੈ। ਅਸੀਂ ਇਸ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਗੁਰੂ ਦੇ ਉਸ ਦੱਸੇ ਹੋਏ ਆਦਰਸ਼ਾਂ ਦੇ ਮੁਤਾਬਕ, ਮਗਰ ਇਸ ਦਸਤਾਰ ਦੀ ਜਿਹੜੀ ਹੈ ਇਹ ਕੀਮਤ ਰੱਖੀਏ। ਸਾਡਾ ਸਿਰ ਜਿਹੜਾ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚੁੱਕੇ, ਕਿਸੇ ਹੋਰ ਦੇ ਅੱਗੇ ਨਾ ਚੁੱਕੇ। This is the ICS network and you watching Indian culture show Sur Sangeet. ਤੁਸੀਂ ਯੰਗਸਟਰ ਨੂੰ ਜੀ ਇਸ ਸਿੱਖੀ ਦੇ ਬਾਰੇ ਜਾਂ ਆਪਣੇ ਆਪ ਨੂੰ ਬਾਣੇ ਵਿੱਚ ਕਿਸ ਤਰ੍ਹਾਂ ਰੱਖਣ, ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਬਹੁਤ ਇੱਕ ਅਹਿਮ ਸਵਾਲ ਹੈ। ਯੰਗ ਜਾਂ ਉਮਰ, ਸ਼ੇਖ ਸਾਦੀ ਨੇ ਬਹੁਤ ਸੋਹਣਾ ਕਿਹਾ ਹੈ ਕਿ ਬਜ਼ੁਰਗੀਅਤ ਦਾ ਅਕਲ ਨਾਲ ਕੋਈ, ਉਮਰ ਨਾਲ ਕੋਈ ਤਾਲੁਕ ਨਹੀਂ ਹੁੰਦਾ। ਬਜ਼ੁਰਗੀ ਬਾ ਅਕਲ ਨਾ ਬਾ ਉਮਰ। ਸਾਹਿਬਜ਼ਾਦੇ 5 ਔਰ 7 ਸਾਲ ਦੇ ਸਨ, ਮਗਰ ਉਹਨਾਂ ਨੂੰ ਅਸੀਂ ਬਾਬਾ ਜੀ ਕਹਿੰਦੇ ਹਾਂ, ਬਾਬਾ ਕਹਿੰਦੇ ਹਾਂ। ਮਗਰ ਕਈ ਬੁੱਢਾ ਜਿੰਨਾ ਮਰਜ਼ੀ ਹੋ ਜਾਏ ਉਸ ਨੂੰ ਵੀ ਕਹਿੰਦੇ ਇਹਦੀ ਅਕਲ ਅਜੇ ਬੱਚਿਆਂ ਵਰਗੀ ਹੈ। ਸੋ ਜਿਹੜੇ ਯੰਗ ਹੈਗੇ ਹੈ ਸਰੀਰਕ ਤੌਰ ਤੇ, ਜਿਹੜੇ ਅਜੇ ਸਮਝ ਰਹੇ ਹੈ, ਤੇ ਉਹਨਾਂ ਲਈ ਤਾਂ ਇੱਕੋ ਗੱਲ ਹੈ ਕਿ ਉਹ ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਦੀ ਗੱਲ ਨੂੰ ਚੇਤੇ ਰੱਖਣ ਕਿ ਉਹਨਾਂ ਨੇ ਕਿਸ ਆਦਰਸ਼ ਦੀ ਖਾਤਰ, ਕਿਸ ਢੰਗ ਦੇ ਨਾਲ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਔਰ ਕੇਵਲ ਉਹਨਾਂ ਦੇ ਸਾਹਮਣੇ ਨਿਸ਼ਾਨਾ ਇਹੀ ਸੀ ਕਿ ਆਪਣੀ ਪਛਾਣ ਦਾ ਸੀ। ਨਵਾਬ ਅਲੀ ਯਾਰ ਖਾਂ ਜੋਗੀ ਰਹਿਮਾਨੀ ਨੇ ਸਾਹਿਬਜ਼ਾਦਿਆਂ ਦੇ ਬਾਰੇ ਬਹੁਤ ਸੁੰਦਰ ਕਿਹਾ ਹੈ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਜਦੋਂ ਇਜਾਜ਼ਤ ਮੰਗੀ ਤਾਂ ਅਲੀ ਯਾਰ ਖਾਂ ਜੋਗੀ ਲਿਖਦੇ ਹਨ ਕਿ ਉਹ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ, बेटा तुम लड़ सकोगे? तो कहने लगे सरहंद में दी भाइयों ने जान नहीं है, क्या हमको धर्म युद्ध का कुछ ध्यान नहीं है, बंदे को छुरी खाने का अरमान नहीं है, लड़ना नहीं आता हमें मरना तो है आता, खुद बढ़ के गड़ा तेग पे धरना तो है आता। तब गुरु गोबिंद सिंह साहब कहने लगे रूठो ना खुदारा नहीं रोकेंगे कभी हमने कहा था बाप को जान दीजिए धर्म पर, लो अब आपको कहते हैं जान दीजिए धर्म पर, ले दे के तुम ही थे मेरे बेड़े के खवैया, सर भेंट करो ताकि धर्म की चले नैया। हम देते हैं खंजर इसे शमशीर समझना, नेज़े की जगह दादा का तुम तीर समझना, जितने भी मरे उससे इन्हें बेपीर समझना, जब आए ज़ख्म तो होना नहीं दिलगीर समझना, जब तीर कलेजे में लगे सी नहीं करना, उफ मेरी जान मुँह से कभी भी नहीं करना।
लो जाओ सिधारो तुम्हें अल्लाह को सौंपा, रब को ना विसारो तुम्हें अल्लाह को सौंपा, वाहिगुरु अब जंग की हिब्बत तुम्हें बख्शे, प्यासे हो जात जामे शहादत तुम्हें बख्शे। नौजवान पीढ़ी ਨੂੰ याद रखना चाहिए, गुरु गोबिंद सिंह साहब के उस जीवन तो आदर्श सेध लैनी चाहिए है। गुरु तेग बहादुर साहब के उन्होंने केवल सीस के दर्शन होए, ਵੱਡੇ ਸਾਹਿਬਜ਼ਾਦਿਆਂ ਦੇ ਕੇਵਲ ਉਹਨਾਂ ਦੇ ਤੜ ਦੇ ਦਰਸ਼ਨ ਦੂਰੋਂ ਹੋਏ, ਸਰੀਰਾਂ ਦੇ ਦਰਸ਼ਨ ਦੂਰੋਂ ਹੋਏ, ਜਿਸ ਨੂੰ ਤੇਜਾ ਸਿੰਘ ਸਾਬਰ ਨੇ ਬਹੁਤ ਸੋਹਣਾ ਲਿਖਿਆ ਸੀ ਕਿ ਰਾਤ ਪਿੱਛੋਂ ਜੋ ਆਈ ਤੱਤੀ, ਉਹ ਖੂਨੀ ਪ੍ਰਭਾਤ ਨਾ ਪੁੱਛੋ, ਬੁਰਜ 'ਚ ਬੈਠੀ ਬੁੱਢੀ ਠੇਰੀ, ਕਿੱਦਾਂ ਗੁਜਰੀ ਮਾਤ ਨਾ ਪੁੱਛੋ, ਦਸ਼ਮੇਸ਼ ਤੇ ਨਿੱਕੇ ਲਾਡਲਿਆਂ ਦੀ ਕਿੱਦਾਂ ਚੜ੍ਹੀ ਬਰਾਤ ਨਾ ਪੁੱਛੋ। ਅਜੀਤ ਸਿੰਘ ਦੀ ਲਿਬੜੀ ਦੇਹ ਨੂੰ ਦਇਆ ਸਿੰਘ ਸੀਸ ਨਿਵਾਵਣ ਲੱਗਾ, ਕਮਰ ਕਸਾਓ ਲਾ ਕੇ ਲੱਕ ਤੋਂ ਉਸ ਦੇ ਉੱਤੇ ਪਾਵਣ ਲੱਗਾ, ਹੱਥ ਪਕੜ ਕੇ ਸਾਹਿਬ ਮੇਰਾ ਮੁੱਖੋਂ ਇੰਜ ਫਰਮਾਵਣ ਲੱਗਾ, ਇੱਕੋ ਜਿਹੇ ਸ਼ਹੀਦ ਨੇ ਮੈਨੂੰ ਕਹਿ ਕੇ ਰੂਹ ਤੜਪਾਵਣ ਲੱਗਾ, ਕਫਨ ਪਾਓ ਜਾਂ ਸਭ ਦੇ ਉੱਤੇ, ਜਾਂ ਫਿਰ ਕਿਸੇ ਦੀ ਬਾਤ ਨਾ ਪੁੱਛੋ, ਚਿੜੀਆਂ ਕਾਂ ਵੀ ਛਮ ਛਮ ਰੋਏ, ਬੰਦੇ ਦੀ ਤਾਂ ਬਾਤ ਨਾ ਪੁੱਛੋ। ਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਇਸ ਤੋਂ ਅੱਛਾ ਕੋਈ ਨਹੀਂ ਕਹਿ ਸਕਦਾ ਜਿਹੜਾ ਸ਼ਿਮਲਵੀ ਨੇ ਲਿਖਿਆ ਕਿ ਸਰਹੰਦ 'ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ ਨੌ ਨਿਹਾਲ ਟੁਰ ਗਏ, ਸੂਬੇ ਨੇ ਕੰਧ ਅੰਦਰ ਦੋਵੇਂ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ, ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਤੂੰ ਰੂਬਰੂ ਸੈਂ ਉੱਥੇ ਕੋਈ ਗੱਲ ਨਾ ਲੁਕਾਈ, ਕੋਈ ਤੂੰ ਸਾਫ਼ ਸਾਫ਼ ਦੱਸੀ, ਕੋਈ ਕਹਿਰ ਨਾ ਕਮਾਈ, ਕੋ ਹਿੰਜ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ, ਲਾਲਾ ਨੇ ਕਿਧਰੇ ਉੱਚੀ, ਕੋਈ ਸਾਹ ਤੇ ਨਾ ਕੱਢੀ, ਤੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ। ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸ ਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਸੋ ਬੱਚਿਆਂ ਨੂੰ ਇੱਕੋ ਗੱਲ ਕਹਿਣੀ ਹੈ, ਤੁਸੀਂ ਆਪਣੇ ਵੱਡਿਆਂ ਨੂੰ ਪੁੱਛੋ, ਭਾਈ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੇਸਾਂ ਦੀ ਬੇਅਦਬੀ ਕਿਉਂ ਕਰ ਰਹੇ ਹੋ? ਤੇ ਵੱਡਿਆਂ ਨੂੰ ਕੇਵਲ ਇੱਕੋ ਗੱਲ ਕਹਿਣੀ ਹੈ, ਭਾਈ ਜੋਧ ਸਿੰਘ ਨੂੰ ਪੁੱਛਿਆ ਸੀ ਬੱਚੇ ਨੂੰ ਧਰਮ ਦੀ ਸਿੱਖਿਆ ਕਿਹੜੀ ਉਮਰ 'ਚ ਦੇਣੀ ਚਾਹੀਦੀ ਹੈ, ਉਹਨਾਂ ਨੇ ਕਿਹਾ ਸੀ ਬੱਚੇ ਦੇ ਜਨਮ ਤੋਂ 20 ਸਾਲ ਪਹਿਲੇ। ਸੋ ਅੱਜ ਜਿਹੜੇ ਤੁਸੀਂ 2, 3, 4, 5 ਸਾਲ ਦੇ ਬੱਚੇ ਦੇਖ ਰਹੇ ਹੋ, ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ, ਇਹਨਾਂ ਨੂੰ ਜਿਹੜੀ ਗੱਲ ਕਹਿ ਦੋਗੇ ਉਹ ਤੁਹਾਡੇ ਅੱਗੇ ਜਾਏਗੀ। ਨਹੀਂ ਤਾਂ ਜਿਹੜੀ ਹਾਲਤ ਹੋ ਰਹੀ ਹੈ, ਅਗਲੀ ਜਨਰੇਸ਼ਨ ਇਸ ਤਰ੍ਹਾਂ ਹੋਏਗੀ ਕਿ ਹੱਥ ਮੂੰਹ ਜੇਬ ਦੇ ਵਿੱਚ ਸਿਗਰਟ ਦੀ ਡੱਬੀ ਹੋਏਗੀ, ਮੂੰਹ ਦੇ ਵਿੱਚ ਪਾਨ ਹੋਏਗਾ, ਤੇ ਆਪਣੇ ਬਾਪ ਦੀ ਬਜ਼ੁਰਗ ਦੀ ਜਿਹੜੀ ਦਸਤਾਰ ਹੈ ਉਹ ਸ਼ੀਸ਼ੇ ਦੇ ਕੇਸ ਵਿੱਚ ਰੱਖੀ ਹੋਏਗੀ ਕਿ ਸਾਡੇ ਬਜ਼ੁਰਗ ਵੀ ਸਿੱਖ हुआ करते थे। ऐसी नौबत ना आ जाए, असी समझिए जो बात मुनासिब है वो हासिल नहीं करते, जो अपनी गिरह में है उसे खो भी रहे हैं, बेइल्म भी हम लोग हैं, गफलत भी है तारी, अफसोस के अंधे भी हैं और सो भी रहे हैं। बहुत बहुत शुक्रिया जी, एक बार फिर ਤੁਹਾਡਾ बहुत बहुत धन्यवाद, ਤੁਹਾਡਾ ਇਹ ਮੌਕਾ ਦਿੱਤਾ ਹੈ। This is the ICS network and you watching Indian culture show Sur Sangeet.